ਜਦੋਂ ਕੈਰੋਂ ਬਣਿਆ ਨਾ 1962 ਦੇ ਵਿੱਚ ਉਹਨੇ 34 ਵਜ਼ੀਰ ਲਏ ਸੀ ਟੋਟਲ ਤੇ 34 ਵੋਟਾਂ ਦੇ ਜਿੱਤਿਆ ਸੀਗਾ। ਤਾਂ 1952 ਤੇ 57 ਦੀ ਇੱਕ ਹੋਰ ਵਿਲੱਖਣਤਾ ਸੀ, ਉਦੋਂ ਨਿਰੋਲ ਰਿਜ਼ਰਵ ਹਲਕੇ ਨਹੀਂ ਸਨ ਹੁੰਦੇ, ਕੁਝ ਹਲਕੇ ਜਨਰਲ ਸਨ, ਕੁਝ ਹਲਕੇ ਹੁੰਦੇ ਸਨ ਡਬਲ ਕੰਸਟੀਚੁਐਂਸੀ, ਉਹਨੂੰ ਕਹਿੰਦੇ ਸੀ ਡਬਲ ਕੰਸਟੀਚੁਐਂਸੀ। ਉੱਥੋਂ ਆਪਣਾ ਰਿਜ਼ਰਵ ਕੈਂਡੀਡੇਟ ਵੀ ਚੁਣਿਆ ਜਾਂਦਾ ਸੀ ਤੇ ਜਨਰਲ ਵੀ ਚੁਣਿਆ ਜਾਂਦਾ ਸੀ। ਜਦੋਂ ਇਲੈਕਸ਼ਨ ਹੁੰਦੇ ਆ ਤੇ ਕਈ ਵਾਰੀ ਗਲਤ ਅੰਕੜੇ ਉਹਦੇ ਵਿੱਚ ਦੱਸੇ ਗਏ ਹੁੰਦੇ ਆ, ਤੇ ਮੈਂ ਚਾਹੁੰਦਾ ਸੀ ਕੋਈ ਕਿਤਾਬ ਇਹ ਜਿਹੀ ਹੋਣੀ ਚਾਹੀਦੀ ਆ ਜਿਹਦੇ 'ਚ ਹਰੇਕ ਹਲਕੇ ਦਾ ਤੇ ਹਰੇਕ ਉਮੀਦਵਾਰ ਦਾ ਇੱਕ ਹੋਵੇ, ਆਪਣਾ ਉਹਦਾ ਖਾਨਾ ਖੋਲ੍ਹੋ ਤੇ ਸਾਰਾ ਪਤਾ ਲੱਗ ਜੇ ਤੁਹਾਨੂੰ। ਇਸ ਕਿਤਾਬ 'ਤੇ ਮੈਨੂੰ ਜਿਹੜੀ ਪੋਲੀਟੀਕਲ ਇਨਸਾਈਕਲੋਪੀਡੀਆ ਪੰਜਾਬ ਆ 10 ਸਾਲ ਲੱਗੇ। ਪਹਿਲਾਂ ਤਾਂ ਉਹੀ ਟੋਲੀ ਜਿਵੇਂ 52-57 ਕੀ ਸੀ ਕਿ ਅੱਜ ਇਸ ਪਿੰਡ ਇਲੈਕਸ਼ਨ ਹੋ ਰਿਹਾ, ਉਹੀ ਟੋਲੀ ਕਿਸੇ ਹੋਰ ਪਿੰਡ ਜਾਊਗੀ, ਫਿਰ ਕਿਸੇ ਹੋਰ ਪਿੰਡ ਜਾਊਗੀ, ਉਹ ਟੋਲੀ 15 ਦਿਨ ਫਿਰਦੀ ਰਹਿੰਦੀ ਸੀ। ਔਰ ਰਿਜ਼ਲਟ ਵੀ ਪਹਿਲੀ ਵਾਰੀ 52 ਦੀ ਇਲੈਕਸ਼ਨ ਆ 1 ਮਹੀਨੇ ਤੋਂ ਉੱਪਰ ਲੱਗ ਗਿਆ ਸੀ ਰਿਜ਼ਲਟ ਆਉਣ ਦੇ ਵਿੱਚ। ਫਿਰ ਕੀ ਕਰਤਾ, ਸੰਦੂਕੜੀਆਂ ਕਰਤੀਆਂ ਵੀ ਸੰਦੂਕੜੀ ਫਲਾਣੇ ਕੈਂਡੀਡੇਟ ਸੀ, ਉਹਦੇ ਵਿੱਚ ਵੋਟ ਪਾ ਜਾਂਦੇ ਸੀਗੇ। ਉਹ ਤੋਂ ਬਾਅਦ ਫਿਰ ਇੱਕੋ ਸੰਦੂਕੜੀ ਆ ਗਈ ਤੇ ਮੋਹਰਾਂ ਲਾਉਣ ਦਾ ਕੰਮ ਆ ਗਿਆ। ਜਦੋਂ ਪਹਿਲੀ ਵਾਰ ਇਲੈਕਸ਼ਨ ਹੋਈ 1952 'ਚ, ਉਦੋਂ ਕਿਵੇਂ ਹੋਈ ਇਲੈਕਸ਼ਨ? ਉਦੋਂ ਇਹ ਵੀ ਸੰਦੂਕੜੀਆਂ ਸੀਗੀਆਂ, ਸੰਦੂਕੜੀਆਂ ਸਾਂਭ ਕੇ ਰੱਖ ਲੈਂਦੇ ਸੀ ਤੇ ਉਦੋਂ ਰਿਜ਼ਲਟ ਵੀ ਆਉਂਦੇ ਸੀਗੇ 4-3 ਦਿਨਾਂ ਤੱਕ ਲੱਗ ਜਾਂਦੇ ਸੀਗੇ। ਰੇਡੀਓ 'ਤੇ ਬੋਲਣਾ ਅਨਾਊਂਸਰ ਨੇ, ਫਿਰ ਇਸੇ ਫਲੈਸ਼ ਵੀ ਫਲਾਣੇ ਥਾਂ ਤੋਂ ਫਲਾਣਾ ਇੰਨੇ ਤੇ ਲੀਡ ਕਰ ਰਿਹਾ, ਫਲਾਣਾ ਇੰਨਾ ਹਰ ਗਿਆ, ਫਲਾਣੀ ਤੋਪ ਡਿੱਗ ਪਈ ਆ। ਲੋਕਾਂ ਨੂੰ ਬੜੀ ਉਤਸੁਕਤਾ ਬਣੀ ਰਹਿੰਦੀ ਸੀ। ਹੁਣ ਤਾਂ 2 ਘੰਟੇ 'ਚ ਸਾਰਾ ਮਾਮਲਾ ਸਾਫ਼ ਹੋ ਜਾਂਦਾ। ਕਈ ਵਾਰੀ ਕੋਈ ਡਿਸਪਿਊਟ ਹੋ ਗਿਆ ਜਾਂ ਕੋਈ ਹੋਰ ਝਗੜਾ ਹੋ ਗਿਆ ਜਾਂ ਰੀਕਾਊਂਟਿੰਗ ਹੋ ਗਈ, 3 ਦਿਨ ਤੱਕ ਕਲੀਅਰ ਹੁੰਦੀ ਸੀ। ਸਰਦਾਰ ਸਵਰਨ ਸਿੰਘ ਬਾਰੇ ਮਸ਼ਹੂਰ ਸੀ ਵੀ ਆਪਦੇ ਹਲਕੇ 'ਚ ਕਦੇ ਨਹੀਂ ਸੀ ਵੜਦਾ, ਫਿਰ ਵੀ ਦਿੱਤਾ ਰਿਹਾ। ਅੱਜ ਮੈਂ ਸਮਝਦਾ ਕਿ ਜਿਹੜਾ ਵੋਟਰ ਚਾਹੁੰਦਾ ਕਿ ਮੇਰੀ ਸਿੱਧੀ ਹੋਵੇ ਮੇਰੇ ਇਲਾਕੇ ਦੇ ਐਮਐਲਏ ਨਾਲ। ਜੋ ਲੋਕ ਚਾਹੁੰਦੇ ਉਹ ਪਰੋਸ ਰਹੇ ਆ, ਉਹ ਚਾਹੁੰਦੇ ਕਿ ਸਾਡੀ ਵਿਆਹ ਸ਼ਾਦੀ 'ਤੇ ਵੀ ਆਵੇ, ਸਾਡੀ ਗਮੀ 'ਤੇ ਵੀ ਆ ਕੇ ਬਜ਼ੁਰਗ ਨੂੰ ਸ਼ਰਧਾਂਜਲੀ ਭੇਟ ਕਰਨੀ ਤੇ ਐਮਐਲਏ ਕਰੇ। ਉਹ ਫਿਰ ਐਮਐਲਏ ਗਾਪੀ ਮਾਰਦੇ, ਹਾਲਾਂਕਿ ਇੱਕ ਵਾਰ ਵੀ ਬਜ਼ੁਰਗ ਦਾ ਮੂੰਹ ਨਹੀਂ ਵੇਖਿਆ ਹੋਣਾ, ਤੇ ਫਿਰ ਵੀ ਆਪਾਂ ਬੁਲਾਉਂਦੇ ਹਾਂ ਤੇ ਆਪਾਂ ਫਿਰ ਚੌੜੇ ਹੋ ਜਾਂਦੇ ਹਾਂ ਵੀ ਐਮਐਲਏ ਆ ਗਿਆ, ਵੀ ਹੁਣ ਤਾਂ ਮੈਂ ਤਾਂ ਮੇਰੀ ਤਾਂ ਸਿੱਧੀ ਉਹਦੇ ਨਾਲ। ਪ੍ਰਕਾਸ਼ ਸਿੰਘ ਬਾਦਲ ਬਾਰੇ ਦੱਸਾਂ ਕਿ ਸਭ ਤੋਂ ਲੰਮਾ ਸਮਾਂ ਉਹ ਵਿਧਾਨ ਸਭਾ ਦੇ ਮੈਂਬਰ ਰਹੇ। 1957 ਤੋਂ ਵਿਧਾਨ ਸਭਾ 'ਚ ਜਿੱਦੇ ਆ ਰਹੇ ਤੇ ਸਿਰਫ ਇੱਕੋ ਇਲੈਕਸ਼ਨ ਖਾ ਲਿਆ 1967 ਦਾ, ਉਹ ਵੀ 57 ਵੋਟਾਂ ਦੇ ਫਰਕ ਨਾਲ ਹਰਚਰਨ ਸਿੰਘ ਬਰਾੜ ਤੋਂ। ਸਭ ਤੋਂ ਲੰਮਾ ਸਮਾਂ ਉਹ ਚੀਫ ਮਿਨਿਸਟਰ, ਸਭ ਤੋਂ ਲੰਮਾ ਸਮਾਂ ਉਹ ਲੀਡਰ ਆਫ ਦੀ ਆਪੋਜੀਸ਼ਨ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ। ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ। ਕਿਹਾ ਜਾਂਦਾ ਹੈ ਰਾਜਨੀਤੀ 'ਚ ਤੁਹਾਡਾ ਇੰਟਰਸਟ ਹੋਵੇ ਜਾਂ ਨਾ ਹੋਵੇ, ਪਰ ਰਾਜਨੀਤੀ ਦਾ ਤੁਹਾਡੇ 'ਚ ਇੰਟਰਸਟ ਜ਼ਰੂਰ ਹੁੰਦਾ ਹੈ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਅਜਿਹੇ ਸ਼ਖਸ ਦੇ ਨਾਲ ਜਿਨ੍ਹਾਂ ਨੇ FCI ਦੇ ਵਿੱਚ ਕੰਮ ਕੀਤਾ, ਪਰ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਪੋਲੀਟੀਕਲ ਇਨਸਾਈਕਲੋਪੀਡੀਆ ਆਫ ਪੰਜਾਬ। ਪੰਜਾਬ ਦੇ ਹੁਣ ਤੱਕ ਜਿੰਨੇ MLA ਰਹੇ ਨੇ, ਜਿੰਨੇ ਮੰਤਰੀ ਰਹੇ ਨੇ ਤੇ ਜਿਹੜੇ ਉਮੀਦਵਾਰ ਰਹੇ ਆ, ਉਹਨਾਂ ਦਾ ਇੱਕ ਉਹਨਾਂ ਦੇ ਉੱਤੇ ਕੰਮ ਕਰਕੇ ਇੱਕ ਜਿਹੜਾ ਡਿਕਸ਼ਨਰੀ ਤਿਆਰ ਕੀਤੀ ਹੈ, ਇਨਸਾਈਕਲੋਪੀਡੀਆ ਤਿਆਰ ਕੀਤਾ ਰਾਜਨੀਤੀ ਦਾ, ਪੰਜਾਬ ਦੀ ਰਾਜਨੀਤੀ ਦਾ। ਸਾਡੇ ਨਾਲ ਨੇ ਜੰਗਪਾਲ ਸਿੰਘ ਹਰੀਨੋ। ਸਵਾਗਤ ਹੈ ਜੀ ਪ੍ਰੋ ਪੰਜਾਬ TV ਤੇ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਜੰਗਪਾਲ ਜੀ, ਜੇ ਮੈਂ ਗੱਲ ਕਰਾਂ, ਤੁਸੀਂ FCI ਦੇ ਵਿੱਚ ਜੌਬ ਕਰਦੇ ਸੀਗੇ ਤੇ ਰਾਜਨੀਤੀ ਵੱਲ ਧਿਆਨ ਕਿਵੇਂ ਗਿਆ? ਇਹ ਸ਼ੌਕ ਆ ਮੇਰਾ ਜੀ ਸ਼ੁਰੂ ਤੋਂ, ਸਕੂਲ ਟਾਈਮ ਤੋਂ ਹੀ। ਮੈਂ ਉਦੋਂ ਜਦੋਂ ਸਕੂਲ 'ਚ ਪੜ੍ਹਦਾ ਸਾਂ ਤਾਂ ਸਾਡੇ ਸਕੂਲ 'ਚ 2 ਅਖਬਾਰ ਆਉਂਦੇ ਸਨ, ਇੱਕ ਆਪਣਾ ਰਣਜੀਤ ਤੇ ਇੱਕ ਅੰਗਰੇਜ਼ੀ ਟ੍ਰਿਬਿਊਨ। ਅਤੇ ਕਿਉਂਕਿ ਅੰਗਰੇਜ਼ੀ ਤਾਂ ਸਕੂਲ 'ਚ ਇੰਨੀ ਬੱਚਿਆਂ ਨੂੰ ਇੰਨੀ ਨਹੀਂ ਆਉਂਦੀ, ਅਤੇ ਮੈਂ ਰਣਜੀਤ ਅਖਬਾਰ ਰੈਗੂਲਰ ਪੜ੍ਹਦਾ ਰਿਹਾ। ਕਾਲਜ ਜਾ ਕੇ ਫਿਰ ਤਕਰੀਬਨ ਕਾਫੀ ਅਖਬਾਰ ਪੜ੍ਹਨ ਦਾ ਮੌਕਾ ਮਿਲਿਆ।
ਤੇ ਜਦੋਂ ਫਿਰ ਮੈਂ ਸਰਵਿਸ ਤੇ ਲੱਗ ਗਿਆ ਤਾਂ ਸਿਆਸਤ ਨਾਲ ਸੰਬੰਧਿਤ ਖਾਸ ਕਰਕੇ ਕੁਲਦੀਪ ਨਈਅਰ ਦੀਆਂ ਕਿਤਾਬਾਂ ਲਿਖੀਆਂ, ਖੁਸ਼ਵੰਤ ਸਿੰਘ ਵੀ ਬਹੁਤ ਪੜ੍ਹਿਆ ਤੇ ਹੌਲੀ ਹੌਲੀ ਮੈਨੂੰ ਪੜ੍ਹਨ ਦਾ ਸ਼ੌਕ ਸੀ ਪਰ ਲਿਖਣ ਦਾ ਸ਼ੌਕ ਨਹੀਂ ਸੀਗਾ। ਤਾਂ 2002 ਦੇ ਵਿੱਚ ਮੈਂ ਇੱਕ ਲੈਟਰ ਟੂ ਦਾ ਐਡੀਟਰ ਲਿਖਿਆ ਜਦੋਂ ਕਿ ਕੈਪਟਨ ਸਰਕਾਰ ਬਣਨ ਵਾਲੀ ਸੀ। ਕਿਹੜੇ ਐਡੀਟਰ ਨੂੰ, ਜੇ ਮੈਂ ਪੁੱਛਾਂ ਕਿਸ ਅਖਬਾਰ ਦੇ? ਪੰਜਾਬ ਇੰਗਲਿਸ਼ ਟ੍ਰਿਬਿਊਨ ਨੂੰ ਜੀ। ਉਹਦੇ 'ਚ ਇਹ ਲਿਖਿਆ ਮੈਂ ਕਿ ਕੈਰੋਂ ਦੇ ਸਮੇਂ ਕਿੰਨੇ ਵਜ਼ੀਰ ਸਨ, ਜਦੋਂ ਚਾਈਨਾ ਦਾ ਅਟੈਕ ਹੋਇਆ ਤਾਂ ਸਿਰਫ 8 ਵਜ਼ੀਰ ਰਹਿ ਗਏ ਤੇ ਪੰਜਾਬ ਕਿੱਡਾ ਵੱਡਾ ਸੀਗਾ। ਉਸ ਤੋਂ ਬਾਅਦ ਫਲਾਨੀ ਵਜ਼ਾਰਤ ਵਿੱਚ ਇੰਨੇ ਵਜ਼ੀਰ ਸੀ, ਫਲਾਣੇ, ਉਹ ਡਾਟਾ ਸੀ ਸਾਰਾ। ਹੁਣ ਕਿਉਂਕਿ ਤੁਸੀਂ ਮੁੱਖ ਮੰਤਰੀ ਦੀ ਕਮਾਨ ਸੰਭਾਲ ਰਹੇ ਹੋ ਤੇ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਬੋਝ ਦੱਬਿਆ ਪਿਆ ਹੈ ਤੇ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਤੁਸੀਂ ਆਪਦਾ ਕੈਬਨਿਟ ਦਾ ਸਾਈਜ਼ ਬਹੁਤ ਛੋਟਾ ਰੱਖਿਆ ਜੀ। ਉਹਨਾਂ ਨੇ ਡੱਬੀ ਵਿੱਚ ਲਾਈ ਉਹ ਲੈਟਰ ਟੂ ਦਾ ਐਡੀਟਰ, ਪੰਜਾਬ ਕੈਬਨਿਟ ਸਾਈਜ਼ ਮੈਟਰਸ। ਤਾਂ ਉਸ ਤੋਂ ਬਾਅਦ ਮੇਰਾ ਥੋੜ੍ਹਾ ਜਿਹਾ ਹੌਸਲਾ ਵੱਧ ਗਿਆ ਵੀ ਮੈਂ 2 ਅੱਖਰ ਲਿਖ ਸਕਦਾ। ਬਾਕੀ ਮੈਨੂੰ ਪਾਕਿਸਤਾਨ ਬਾਰੇ ਪੜ੍ਹਨ ਦਾ ਸ਼ੌਕ ਬਹੁਤ ਰਿਹਾ ਹੈ। ਬਾਕੀ ਆ ਇਲੈਕਸ਼ਨ ਬਾਰੇ ਡੇਟੇ ਆਉਂਦੇ ਨੇ ਜਦੋਂ ਇਲੈਕਸ਼ਨ ਹੁੰਦੇ ਆ ਤੇ ਕਈ ਵਾਰੀ ਗਲਤ ਅੰਕੜੇ ਉਹਦੇ ਵਿੱਚ ਦੱਸੇ ਗਏ ਹੁੰਦੇ ਆ ਤੇ ਮੈਂ ਚਾਹੁੰਦਾ ਸੀ ਕੋਈ ਕਿਤਾਬ ਇਹ ਜਿਹੀ ਹੋਣੀ ਚਾਹੀਦੀ ਆ ਜਿਹਦੇ 'ਚ ਹਰੇਕ ਹਲਕੇ ਦਾ ਤੇ ਹਰੇਕ ਉਮੀਦਵਾਰ ਦਾ ਇੱਕ ਹੋਵੇ, ਆਪਣਾ ਉਹਦਾ ਖਾਨਾ ਖੋਲੋ ਤੇ ਸਾਰਾ ਪਤਾ ਲੱਗ ਜੇ ਤੁਹਾਨੂੰ। ਤੇ ਮੇਰੇ ਵੀ ਬਹੁਤ ਕੰਮ ਆਈ ਆ ਕਿਤਾਬ। ਹੁਣ ਅਸੀਂ ਇਲੈਕਸ਼ਨ ਕਵਰ ਕਰ ਰਹੇ ਹਾਂ ਨਾ, ਮੈਨੂੰ ਕਿਸੇ ਨੇ ਦਿੱਤੀ ਇਹ ਬੁੱਕ ਤੁਹਾਡੀ ਤੇ ਮੈਂ ਕਿਸੇ ਹਲਕੇ 'ਚ ਜਾਣਾ, ਉਹ ਕਈ ਵਾਰੀ ਨਹੀਂ ਪਤਾ ਹੁੰਦਾ ਇੱਥੇ ਕਿਹੜਾ ਕੈਂਡੀਡੇਟ ਪਹਿਲਾਂ ਜਿੱਤਿਆ, ਕੌਣ ਇੱਥੇ ਸੀ, ਉਹ ਮੈਂ ਦੇਖ ਲੈਂਦਾ ਹੁੰਦਾ ਸੀ। ਹਾਂਜੀ ਹਾਂਜੀ। ਤਾਂ ਮੈਂ 2003 ਦੇ ਵਿੱਚ ਇੱਕ ਕਿਤਾਬ ਸ਼ੁਰੂ ਕੀਤੀ, ਇੱਕ ਤਾਂ ਪਾਕਿਸਤਾਨ ਬਾਰੇ, ਕਿ ਪਾਕਿਸਤਾਨ 'ਚ ਕਿਉਂ ਬਾਰ-ਬਾਰ ਫੌਜੀ ਹੁਕੂਮਤ ਆਈ ਆ, ਉੱਥੇ ਡੈਮੋਕ੍ਰੇਸੀ ਕਿਉਂ ਨਹੀਂ ਐਸਟੈਬਲਿਸ਼ ਕਰ ਸਕਿਆ ਉਹ ਮੁਲਕ, ਉਹਦੇ ਵਿੱਚ ਪੋਲੀਟੀਸ਼ੀਅਨ ਦਾ ਕੀ ਰੋਲ ਆ, ਫੌਜ ਦਾ ਕੀ ਰੋਲ ਆ, ਜੁਡੀਸ਼ਰੀ ਦਾ ਕੀ ਰੋਲ ਆ। ਜਿਵੇਂ ਕਹਿੰਦੇ ਨੇ ਕਿ ਹੁਕੂਮਤ ਕੌਣ ਚਲਾਉਂਦਾ, ਪੋਲੀਟੀਸ਼ੀਅਨ। ਜੇ ਪੋਲੀਟੀਸ਼ੀਅਨ ਦੀ ਹੁਕੂਮਤ ਫੇਲ ਹੋ ਜੇ ਤਾਂ ਬਿਊਰੋਕ੍ਰੇਸੀ ਚਲਾਉਂਦੀ ਆ, ਤੇ ਜੇ ਬਿਊਰੋਕ੍ਰੇਸੀ ਵੀ ਫੇਲ ਹੋ ਜੇ ਫਿਰ ਫੌਜਾਂ ਦੀ ਵੀ ਆ ਜਾਓ, ਪਿਛਾਂਹ ਹਟ ਜਾਓ। ਤੇ ਇੱਕ ਵਾਰ ਫੌਜ ਦੇ ਮੂੰਹ ਨੂੰ ਲਹੂ ਲੱਗ ਗਿਆ ਨਾ, ਉਹ ਫਿਰ ਉਹਨੂੰ ਪਿਛਾਂਹ ਹਟਾਉਣਾ ਬਹੁਤ ਮੁਸ਼ਕਿਲ ਹੈ। ਉਹ ਉਸ ਸ਼ਿਕੰਜੇ 'ਚ ਉਸ ਜਕੜਿਆ ਪਿਆ ਉਹ ਮੁਲਕ। ਉਹ ਕਿਤਾਬ ਤਾਂ ਮੈਂ 4 ਸਾਲਾਂ 'ਚ ਤਿਆਰ ਕਰ ਲਈ, ਲੇਕਿਨ ਇਸ ਕਿਤਾਬ 'ਤੇ ਮੈਨੂੰ ਜਿਹੜੀ ਪੋਲੀਟੀਕਲ ਇਨਸਾਈਕਲੋਪੀਡੀਆ ਪੰਜਾਬ ਆ 10 ਸਾਲ ਲੱਗ ਗਏ। ਕਿਤਾਬ 10 ਸਾਲ 'ਚ ਮੈਂ ਚਾਹੂੰਗਾ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਬੁੱਕ ਜਿਹੜੀ ਆ ਦਿਖਾ ਦਿੱਤੀ ਜਾਵੇ। ਇਹ ਕਿਤਾਬ ਆ ਪੋਲੀਟੀਕਲ ਇਨਸਾਈਕਲੋਪੀਡੀਆ ਆਫ ਪੰਜਾਬ। ਪੰਜਾਬ ਦੇ ਹਰ ਇੱਕ ਉਮੀਦਵਾਰ 1952 ਤੋਂ ਲੈ ਕੇ 2012 ਤੱਕ, ਕਿਉਂਕਿ 13 ਦੇ ਵਿੱਚ ਜਿਹੜੀ ਇਹ ਬੁੱਕ ਪਬਲਿਸ਼ ਹੁੰਦੀ ਹੈ, ਪਹਿਲੀ ਜਿਹੜੀ ਫਸਟ ਐਡੀਸ਼ਨ ਜਿਹੜਾ ਇਹਦਾ 13 'ਚ ਆਉਂਦਾ ਤੇ ਉਦੋਂ ਤੱਕ 2012 ਤੱਕ ਦੀ ਜਿਹੜੀ ਰਾਜਨੀਤੀ ਆ, ਹਰ ਇੱਕ ਕੈਂਡੀਡੇਟ, ਹਰ ਇੱਕ ਜਿਹੜਾ ਮੰਤਰੀ ਰਹਿ ਚੁੱਕਿਆ, ਮੁੱਖ ਮੰਤਰੀ ਰਹਿ ਚੁੱਕਿਆ, ਉਹਦਾ ਡਾਟਾ ਇਸ ਕਿਤਾਬ ਦੇ ਵਿੱਚ ਹੈ। ਤੁਸੀਂ ਕਹਿ ਰਹੇ ਸੀ ਕਿ 10 ਸਾਲ ਆਉਣ ਲੱਗੇ। ਪਹਿਲਾਂ ਤਾਂ ਮੈਨੂੰ ਇਹ ਨਹੀਂ ਪਤਾ ਸੀ ਕਿ ਡਾਟਾ ਕਿੱਥੋਂ ਮਿਲੇਗਾ। ਤਾਂ ਮੈਂ ਗਿਆ DC ਆਫਿਸ, ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸਾਡੇ ਜਿਹੜਾ ਹਲਕੇ ਦਾ ਹੈ ਡਾਟਾ ਹੋਏਗਾ, ਬਾਹਰਲਾ ਦਾ ਡਾਟਾ ਸਾਡੇ ਕੋਲ ਹੋਣਾ ਨਹੀਂ ਗਾ। ਫਿਰ ਮੈਨੂੰ ਪਤਾ ਲੱਗਾ ਕਿ ਮੋਗੇ ਇੱਕ ਸਰਦਾਰ ਜਗਮੋਹਨ ਸਿੰਘ ਨੇ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਉਹਨਾਂ ਨੇ 1972 ਦਾ ਇਲੈਕਸ਼ਨ ਲੜਾਇਆ ਸੀ ਲਛਮਣ ਸਿੰਘ ਗਿੱਲ ਦੀ ਕੁੜੀ ਦੇ ਮੁਕਾਬਲੇ 'ਚ, ਧਰਮਕੋਟ ਤੋਂ ਦੇ ਹਾਰ ਗਏ ਸਨ। ਵੈਸੇ ਉਹ MLC ਰਹੇ ਸਨ, ਲੈਜਿਸਲੇਚਰ ਕੌਂਸਲ ਦੇ ਮੈਂਬਰ ਕੈਰੋਂ ਦੇ ਸਮੇਂ। ਕਹਿੰਦੇ ਵੀ ਉਹਨਾਂ ਨੂੰ ਬਹੁਤ ਡਾਟਾ ਜਵਾਨੀ ਯਾਦ ਆ। ਮੈਂ ਉਹਨਾਂ ਕੋਲ ਮੋਗੇ ਗਿਆ, ਉਹ ਕਹਿੰਦੇ ਕਾਕਾ ਮੈਨੂੰ ਕਾਫੀ ਕੁਝ ਯਾਦ ਆ ਪਰ ਮੈਨੂੰ ਸਾਰਾ ਕੁਝ ਯਾਦ ਨਹੀਂ। ਤੂੰ ਲਿਖਣੀ ਆ ਕਿਤਾਬ, ਤੂੰ ਜਾ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ 'ਚ, ਉੱਥੇ ਕਿਤਾਬਚਾ ਸ਼ਬਦਾਂ ਦਾ ਜਦੋਂ ਵਿਧਾਨ ਸਭਾ ਬਣਦੀ ਹੈ ਨਵੀਂ, ਹੂਜ਼ ਹੂ, ਹਰੇਕ ਅੱਜ ਵੀ ਸ਼ਬਦ ਆ, ਉਹ ਅੱਜ ਵੀ ਸ਼ਬਦ ਹੋਊਗਾ, ਇਸ ਵਿਧਾਨ ਸਭਾ ਦਾ ਵੀ ਹੋਊਗਾ, ਪਿਛਲੀ ਦਾ ਵੀ ਹੋਊਗਾ। ਤਾਂ ਉਹਦੇ 'ਚ ਹਰੇਕ ਜਿਹੜਾ MLA ਜਿੱਤਿਆ ਉਹ ਆਪਦਾ ਬਾਇਓਡਾਟਾ ਦਿੰਦਾ। ਖੈਰ ਮੈਂ ਕਿਵੇਂ ਨਾ ਕਿਵੇਂ ਸਿਫਾਰਿਸ਼ ਨਾਲ ਉੱਥੋਂ ਪਾਸ ਲਿਆ ਵਿਧਾਨ ਸਭਾ ਜਾਣ। ਕਿੰਨਾ ਤੂੰ, ਜੇ ਮੈਂ ਪੁੱਛਾਂ ਕਿਹੜੇ ਪੋਲੀਟੀਸ਼ੀਅਨ ਤੋਂ? ਮੇਰਾ ਕੋਈ ਰਿਸ਼ਤੇਦਾਰ ਸੀ, ਉਹਨਾਂ ਨੂੰ ਕੋਈ ਜਾਣਕਾਰ, ਕੋਈ ਉੱਥੇ ਕੰਮ ਕਰਦਾ ਸੀਗਾ ਵਿਧਾਨ ਸਭਾ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਪਾਸ ਦਵਾਤਾ। ਤਾਂ ਮੈਂ ਜਾ ਕੇ ਲਾਇਬ੍ਰੇਰੀ ਗਿਆ ਤੇ ਲਾਇਬ੍ਰੇਰੀ 'ਚ ਕੋਈ ਜੀ ਨਹੀਂ ਸੀਗਾ। ਮੈਂ ਪੁੱਛਿਆ ਉੱਥੇ ਕਿਹੜੇ ਸੰਨ ਦੀ ਗੱਲ ਹੈ ਇਹ 7 ਕੇ 8 ਦੀ ਗੱਲ ਹੈ। ਤਾਂ ਮੈਂ ਪੁੱਛਿਆ ਉੱਥੇ ਇੱਕ ਇੰਪਲਾਈ ਨੂੰ, ਮੈਂ ਕਿਹਾ ਵੀ ਇੱਥੇ MLA ਅਕਸਰ ਆਉਂਦੇ ਹੋਣਗੇ ਕਿਤਾਬਾਂ ਪੜ੍ਹਨ ਵਾਸਤੇ? ਕਹਿੰਦਾ ਨਾ ਜੀ ਨਾ, ਉਹ ਜ਼ਮਾਨੇ ਗਏ। ਅੱਜ ਕੱਲ੍ਹ MLA ਨੂੰ ਹੋਰ ਬਥੇਰੇ ਕੰਮ ਆ, ਨਾ ਕੋਈ ਕਿਤਾਬ ਇਸ਼ੂ ਕਰਾਉਂਦਾ ਤੇ ਨਾ ਕੋਈ ਆਉਂਦਾ ਇੱਥੇ। ਧੂੜ ਪਈ ਵੀ, ਬੁਰਾ ਹਾਲ ਜਮਾਂ, ਲੇਕਿਨ ਕਿਤਾਬਾਂ ਦੀ ਕਲੈਕਸ਼ਨ ਲੱਗਦਾ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਹੈ। ਮਤਲਬ ਉਹ ਕੰਮ ਦੀਆਂ ਨੇ ਕਿਤਾਬਾਂ ਸਾਰੀਆਂ। ਕਿਤਾਬਾਂ ਨੇ, ਜੇ ਕੋਈ ਸਕਾਲਰ ਜਾਵੇ ਤਾਂ ਉਹ ਜਿਹੜੇ ਚੰਡੀਗੜ੍ਹ ਬੈਠੇ ਉਹ ਫਾਇਦਾ ਉਠਾਉਂਦੇ ਹੋਣਗੇ, ਜਾਂਦੇ ਹੋਣਗੇ। ਤਾਂ ਮੈਂ ਉੱਥੋਂ ਕਿਤਾਬਚਾ ਤਾਂ ਮੈਨੂੰ ਨਹੀਂ ਦੇਦਾ, ਵੈਸੇ ਕੋਈ ਇਸ਼ੂ ਨਹੀਂ ਕਰਾਇਆ, ਕੁਛ ਨਹੀਂ ਕਰਦਾ, ਕਿਉਂਕਿ ਵਾਧੂ ਪਏ ਹੁੰਦੇ ਆ। ਮੈਂ ਉਹ ਕਿਤਾਬਚਾ ਪੜ੍ਹਿਆ ਹੂਜ਼ ਹੂ, ਤਾਂ ਵੇਖਿਆ ਵੀ ਇਹਦੇ ਸੌਰੀ ਮੇਰਾ ਪਰਪਸ ਸੋਲਵ ਨਹੀਂ ਹੁੰਦਾ ਗਾ, ਕਿਉਂਕਿ ਹਰੇਕ ਉਮੀਦਵਾਰ ਬਾਰੇ ਲਿਖਿਆ ਵੀ ਮੈਂ ਫਲਾਣੇ ਇਲੈਕਸ਼ਨ ਜਿੱਤਿਆ, ਫਲਾਣੇ ਨੂੰ ਹਰਾਇਆ, ਫਿਰ ਮੈਂ ਵਜ਼ੀਰ ਬਣਿਆ, ਆਹ ਹੋਇਆ, ਪਰ ਆਪਦੀ ਹਾਰ ਦਾ ਜ਼ਿਕਰ ਨਹੀਂ। ਮੈਨੂੰ ਜਿੱਤ ਵੀ ਚਾਹੀਦੀ ਸੀ, ਹਾਰ ਵੀ ਚਾਹੀਦੀ ਸੀ। ਫਿਰ ਮੈਨੂੰ ਪਤਾ ਲੱਗਾ ਵੀ ਸੈਕਟਰ 17 'ਚ ਚੀਫ ਇਲੈਕਟੋਰਲ ਆਫਿਸ ਹੈ, ਉਹਦੇ ਵਿੱਚ ਤੁਹਾਨੂੰ ਡਾਟਾ ਮਿਲ ਸਕਦਾ। ਉੱਥੇ ਗਿਆ, ਦੱਸਿਆ ਵੀ ਮੈਂ ਇਸ ਤਰ੍ਹਾਂ ਕਿਤਾਬ ਲਿਖਣੀ ਚਾਹੁੰਦਾ। ਕਹਿੰਦੇ ਜੀ ਤੁਹਾਨੂੰ ਦੇ ਦੇਣੇ ਇੱਕ ਇਲੈਕਸ਼ਨ, ਤੁਸੀਂ ਐਂ ਕਰੋ, ਇਹਦੀ ਫੋਟੋ ਕਾਪੀ ਕਰਾ ਕੇ ਰੱਖ ਲਓ, ਓਰੀਜਨਲ ਸਾਨੂੰ ਮੋੜ ਦਿਓ। ਮੈਂ ਅਕਸਰ ਚੰਡੀਗੜ੍ਹ ਕਿਉਂਕਿ ਦਫ਼ਤਰ ਦੇ ਕੰਮ ਜਾਂਦਾ ਰਹਿੰਦਾ ਸਾਂ, ਅਤੇ ਇਸ ਤਰ੍ਹਾਂ ਕਰਕੇ ਜਦੋਂ ਜਾਣਾ, ਕਦੇ 52 ਦਾ ਇਲੈਕਸ਼ਨ, 57 ਦਾ ਇਲੈਕਸ਼ਨ, ਉਹਦੇ ਹਿਸਾਬ ਨਾਲ ਮੈਂ ਆਪਦੇ ਹਿਸਾਬ ਨਾਲ ਉਹਨੂੰ ਕੰਪਾਈਲ ਕਰਨਾ ਸ਼ੁਰੂ ਕਰ ਦਿੱਤਾ। ਤਾਂ 1952 ਅਤੇ 57 ਦੀ ਇੱਕ ਹੋਰ ਵਿਲੱਖਣਤਾ ਸੀ, ਉਦੋਂ ਨਿਰੋਲ ਰਿਜ਼ਰਵ ਹਲਕੇ ਨਹੀਂ ਸਨ ਹੁੰਦੇ। ਕੁਝ ਹਲਕੇ ਜਨਰਲ ਸਨ,
ਕੁਝ ਹਲਕੇ ਹੁੰਦੇ ਸਨ ਡਬਲ ਕੰਸਟੀਚੁਐਂਸੀ ਉਹਨੂੰ ਕਹਿੰਦੇ ਸੀ, ਡਬਲ ਕੰਸਟੀਚੁਐਂਸੀ। ਉੱਥੋਂ ਆਪਣਾ ਰਿਜ਼ਰਵ ਕੈਂਡੀਡੇਟ ਵੀ ਚੁਣਿਆ ਜਾਂਦਾ ਸੀ ਤੇ ਜਨਰਲ ਵੀ ਚੁਣਿਆ ਜਾਂਦਾ ਸੀ। ਇੱਕੋ ਹਲਕੇ ਦੇ ਵਿੱਚੋਂ ਦੋ ਕੈਂਡੀਡੇਟ ਚੁਣੇ ਜਾਂਦੇ ਸਨ ਔਰ ਹਲਕੇ ਆਕਾਰ ਦੇ ਵਿੱਚ ਦੂਜੇ ਨਾਲੋਂ ਡਬਲ ਹੁੰਦੇ ਸਨ। ਇਹ ਕਦੋਂ ਤੱਕ ਚੱਲਿਆ ਇਹ? ਇਹ ਸਿਰਫ 1957 'ਚ, 52 ਤੇ 57 'ਚ। ਅੱਛਾ, ਉਹਨਾਂ ਕੈਂਡੀਡੇਟ ਨੂੰ ਜਿਹੜੇ ਡਬਲ ਹਲਕਿਆਂ ਤੋਂ ਖੜੇ ਹੁੰਦੇ ਸੀਗੇ, ਜ਼ਿਆਦਾ ਪਿੰਡ ਕਵਰ ਕਰਨੇ ਪੈਂਦੇ ਸੀ, ਜ਼ਿਆਦਾ ਲੇਬਰ ਕਰਨੀ ਪੈਂਦੀ ਸੀ। ਫਿਰ ਇਹਨਾਂ ਨੂੰ ਰੌਲਾ ਪਾਇਆ ਵੀ ਇਹਦਾ ਕੋਈ ਹੱਲ ਕੱਢੋ। ਤੇ 1962 'ਚ ਪਹਿਲੀ ਵਾਰੀ ਇਹ ਆਪਣਾ ਨਿਰੋਲ ਰਿਜ਼ਰਵ ਹਲਕੇ ਕਰ ਦਿੱਤੇ ਗਏ, ਕੋਈ ਰਿਜ਼ਰਵ ਤੇ ਜਾਂ ਜਨਰਲ। ਤਾਂ ਇਹ ਮੈਨੂੰ ਪਤਾ ਲੱਗਾ ਚੀਫ ਇਲੈਕਸ਼ਨ ਕਮਿਸ਼ਨ ਦੇ ਆਫਿਸ ਦਿੱਲੀ ਜਾ ਕੇ, ਕਿਉਂਕਿ ਮੈਨੂੰ ਪਹਿਲਾਂ ਝਾਕਾ ਜਿਹਾ ਸੀ ਵੀ ਪਤਾ ਨਹੀਂ ਮੈਨੂੰ ਕੋਈ ਐਂਟਰਟੇਨ ਕਰੇ ਜਾਂ ਨਾ ਕਰੇ, ਕਿਉਂਕਿ ਮੇਰੀਆਂ ਕਿਹੜਾ ਪਹਿਲਾਂ ਕੋਈ ਕਿਤਾਬਾਂ ਲਿਖੀਆਂ ਸੀ, ਸਧਾਰਨ ਜਿਹਾ ਬੰਦਾ ਮੈਂ ਤਾਂ। ਖੈਰ ਅਸੀਂ ਪਾਸ ਬਣਾ ਕੇ ਚਲੇ ਗਏ ਉੱਥੇ, ਨਾਲ ਮੇਰੇ ਸਾਥੀ ਸਨ ਇੱਕ। ਤੇ ਉਹ ਜਦੋਂ ਡੀਲਿੰਗ ਹੈਂਡ ਕੋਲ ਗਏ, ਕਹਿੰਦੇ ਸਰ ਜੀ ਤੁਸੀਂ ਸਾਨੂੰ ਪਹਿਲਾਂ ਚਿੱਠੀ ਲਿਖਣੀ ਸੀ ਵੀ ਅਸੀਂ ਇਸ ਇਸ਼ੂ 'ਤੇ ਸਾਨੂੰ ਚਾਹੀਦਾ ਡਾਟਾ, ਅਸੀਂ ਕੱਢ ਕੇ ਰੱਖਦੇ, ਤੁਹਾਡਾ ਟਾਈਮ ਨਾ ਜਾਂਦਾ। ਹੁਣ ਤੁਸੀਂ ਐਂ ਕਰੋ, ਫਲਾਨੀ ਫਲੋਰ 'ਤੇ ਸਾਡੀ ਸਬਸਿਡਾਈਜ਼ ਕੰਟੀਨ ਆ, ਖਾਣਾ ਖਾ ਕੇ ਆਓ, ਮੈਂ ਵੀ ਖਾਣਾ ਖਾ ਲਵਾਂ, ਤੇ ਜੋ ਤੁਹਾਨੂੰ ਚਾਹੀਦਾ ਅਸੀਂ ਦੇ ਦਿਆਂਗੇ। ਉਹਨੇ 10 ਮਿੰਟਾਂ 'ਚ ਇੱਕ ਕਿਤਾਬ ਕੱਢੀ, ਕਿਸੇ IAS ਅਫਸਰ ਦੀ ਲਿਖੀ ਹੋਈ, ਵੀ ਕਿਉਂ। ਯਾਦ ਆ ਤੁਹਾਨੂੰ ਉਸ ਬੁੱਕ ਦਾ ਕੀ ਸੀ? ਹਾਂ, ਨਹੀਂ ਯਾਦ ਮੈਨੂੰ। ਤੇ ਉਹ ਮੈਂ ਫੋਟੋ ਸਟੇਟ ਕਰਾ ਲਈ। ਫੋਟੋ ਸਟੇਟ ਦੇ ਜੋ ਪੈਸੇ ਮੈਂ ਪੇ ਕੀਤੇ ਤੇ ਮੈਂ ਕਾਪੀ ਲੈ ਕੇ ਆ ਗਿਆ। ਉਹਦੇ 'ਚ ਕੀ ਸੀ ਜੇ ਮੈਂ ਪੁੱਛਾਂ ਬੁੱਕ 'ਚ ਕੀ? ਇਲੈਕਸ਼ਨ ਦੇ ਵਿੱਚ ਕਿਹੜੇ ਭਰਾਵਾਂ ਵਿੱਚ ਦੀ ਲੰਘਿਆ ਆਪਣਾ ਇਲੈਕਸ਼ਨ ਵੀ, ਪਹਿਲਾਂ ਕਿਵੇਂ ਸੀ। ਪਹਿਲਾਂ ਤਾਂ ਉਹੀ ਟੋਲੀ ਜਿਵੇਂ 52-57 ਕੀ ਸੀ ਕਿ ਅੱਜ ਇਸ ਪਿੰਡ ਇਲੈਕਸ਼ਨ ਹੋ ਰਿਹਾ, ਉਹੀ ਟੋਲੀ ਕਿਸੇ ਹੋਰ ਪਿੰਡ ਜਾਊਗੀ, ਫਿਰ ਕਿਸੇ ਹੋਰ ਪਿੰਡ ਜਾਊਗੀ। ਉਹ ਟੋਲੀ 15 ਦਿਨ ਫਿਰਦੀ ਰਹਿੰਦੀ ਸੀ। ਔਰ ਰਿਜ਼ਲਟ ਵੀ ਪਹਿਲੀ ਵਾਰੀ 52 ਦੀ ਇਲੈਕਸ਼ਨ ਆ 1 ਮਹੀਨੇ ਤੋਂ ਉੱਪਰ ਲੱਗ ਗਿਆ ਸੀ ਰਿਜ਼ਲਟ ਆਉਣ ਦੇ ਵਿੱਚ। 1952 ਦੀ ਇਲੈਕਸ਼ਨ। ਬਿਲਕੁਲ ਇਸ ਤਰ੍ਹਾਂ ਸੀਗਾ। ਫਿਰ ਕੀ ਕਰਤਾ, ਸੰਦੂਕੜੀਆਂ ਕਰਤੀਆਂ ਵੀ ਸੰਦੂਕੜੀ ਫਲਾਣੇ ਕੈਂਡੀਡੇਟ ਨੂੰ, ਉਹਦੇ ਵਿੱਚ ਵੋਟ ਪਾ ਜਾਂਦੇ ਸੀਗੇ। ਉਹ ਤੋਂ ਬਾਅਦ ਫਿਰ ਇੱਕੋ ਹੀ ਸੰਦੂਕੜੀ ਆ ਗਈ ਤੇ ਮੋਹਰਾਂ ਲਾਉਣ ਦਾ ਕੰਮ ਆ ਗਿਆ। ਜਦੋਂ ਪਹਿਲੀ ਵਾਰ ਇਲੈਕਸ਼ਨ ਹੋਏ 1952 'ਚ, ਉਦੋਂ ਕਿਵੇਂ ਹੋਏ ਇਲੈਕਸ਼ਨ? ਉਦੋਂ ਇਹ ਵੀ ਸੰਦੂਕੜੀਆਂ ਸੀਗੀਆਂ, ਸੰਦੂਕੜੀਆਂ ਸਾਂਭ ਕੇ ਰੱਖ ਲੈਂਦੇ ਸੀ। ਇਹ ਨਹੀਂ ਪਤਾ ਵੀ ਕਿੱਥੇ ਰੱਖਦੇ ਸੀ, ਇਹਨਾਂ ਨਹੀਂ ਮੈਨੂੰ ਪਤਾ ਗਾ। ਅੱਛਾ, ਰੱਖਦਾ ਕੌਣ ਹੁੰਦਾ ਸੀ? ਰੱਖਦਾ ਸੀ ਕੋਈ ਜਿਹੜੀ ਅਥਾਰਟੀ ਆ ਜਿਹੜੀ ਇਲੈਕਸ਼ਨ ਕਰਾਉਂਦੀ ਆ, ਜਾਂ DC ਆਫਿਸ ਹੋ ਸਕਦਾ, ਇਹ ਕੋਈ ਵੀ ਹੋਵੇ। ਉਹੀ ਪਾਰਟੀ ਅੱਜ ਇੱਥੇ ਗਈ ਆ, ਕੱਲ੍ਹ ਨੂੰ ਹੋਰ ਪਿੰਡ ਜਾਊਗੀ, ਗਾਂ ਹੋਰ ਪਿੰਡ ਜਾਊਗੀ। 3-4 ਪਿੰਡ ਉਹਨਾਂ ਨੂੰ ਲਾਟ ਕੀਤੇ ਜਾਂਦੇ ਸੀਗੇ ਜਦੋਂ ਪਹਿਲੀ ਵਾਰ ਇਲੈਕਸ਼ਨ ਹੋਈ। ਜਦੋਂ ਪਹਿਲੀ ਵਾਰ ਹੋਏ 52 ਤੇ 57 'ਚ। ਬਾੜ ਦੇ ਵਿੱਚ ਕੰਮ ਬਹੁਤ ਸਿੰਪਲੀਫਾਈ ਹੋ ਗਿਆ ਸੀ ਫਿਰ। ਹਾਂ, ਫਿਰ ਉਹ ਇੱਕੋ ਹੀ ਰੱਖਤਾ ਸੀ ਬਕਸਾ, ਤੁਸੀਂ ਮੋਹਰ ਲਾਓ ਤੇ ਉਦੋਂ ਬਾਅਦ ਕੱਢ ਕੇ ਫਿਰ ਉਦੋਂ ਜਾਓ, ਵੇਖ ਲੈਂਦੇ ਸੀ ਵੀ ਕਿਹਦੀਆਂ ਮੋਹਰਾਂ ਜ਼ਿਆਦਾ ਹੈਗੀਆਂ ਤੇ ਉਹ ਜਿੱਤ ਗਿਆ। ਅੱਜ ਕੱਲ੍ਹ ਤਾਂ EVM ਆ ਗਿਆ। ਅੱਜ ਕੱਲ੍ਹ ਤਾਂ EVM ਆ ਗਿਆ। ਹੁਣ ਇਸੇ ਕਰਕੇ ਹੁਣ ਨਹੀਂ ਕਹਿੰਦੇ ਕਿ ਉਹ ਮੋਹਰ ਲਾਓ, ਹੁਣ ਕਹਿੰਦੇ ਬਟਨ ਦਬਾਓ, ਕਿਉਂਕਿ ਬਟਨਾਂ ਹੀ ਕੰਮ ਸਰ ਜਾਂਦਾ। ਤੇ ਉਦੋਂ ਰਿਜ਼ਲਟ ਵੀ ਆਉਂਦੇ ਸੀਗੇ 4-3 ਦਿਨਾਂ ਤੱਕ ਲੱਗ ਜਾਂਦੇ ਸੀਗੇ। ਰੇਡੀਓ ਤੇ ਬੋਲਣਾ ਅਨਾਊਂਸਰ ਨੇ, ਹੀਅਰ ਇਜ਼ ਏ ਫਲੈਸ਼, ਵੀ ਫਲਾਣੇ ਥਾਂ ਤੋਂ ਫਲਾਣਾ ਇੰਨੇ ਤੇ ਲੀਡ ਕਰ ਰਿਹਾ, ਫਲਾਣਾ ਇੰਨਾ ਹਰ ਗਿਆ, ਫਲਾਣੀ ਤੋਪ ਡਿੱਗ ਪਈ ਆ। ਲੋਕਾਂ ਨੂੰ ਬੜੀ ਉਕਸੁਕਤਾ ਬਣੀ ਰਹਿੰਦੀ ਸੀ। ਹੁਣ ਤਾਂ 2 ਘੰਟੇ 'ਚ ਸਾਰਾ ਮਾਮਲਾ ਸਾਫ਼ ਹੋ ਜਾਂਦਾ। ਅੱਛਾ, ਰਿਜ਼ਲਟ ਆਉਂਦਿਆਂ ਵੀ 3 ਦਿਨ ਲੱਗ ਜਾਂਦੇ ਸੀਗੇ। ਕਈ ਵਾਰੀ ਕੋਈ ਡਿਸਪਿਊਟ ਹੋ ਗਿਆ ਜਾਂ ਕੋਈ ਹੋਰ ਝਗੜਾ ਹੋ ਗਿਆ ਜਾਂ ਰੀਕਾਊਂਟਿੰਗ ਹੋ ਗਈ, 3 ਦਿਨ ਤੱਕ ਕਲੀਅਰ ਹੁੰਦੀ ਸੀ ਪਿਕਚਰ ਸਾਰੀ। ਹਾਂਜੀ, 3 ਦਿਨ ਲੱਗ ਜਾਂਦੇ ਸੀ ਪਤਾ ਲੱਗਣ 'ਚ ਕੌਣ ਜਿੱਤਿਆ ਕੌਣ ਹਾਰਿਆ। ਸਾਰੇ ਇੰਡੀਆ ਦਾ ਜਾਂ ਸਾਰੀ ਸਟੇਟ ਦਾ। ਹਾਂ, ਕਈ ਰਿਜ਼ਲਟ ਜਲਦੀ ਵੀ ਆ ਜਾਂਦੇ ਸੀਗੇ। ਜਿਵੇਂ ਚੰਡੀਗੜ੍ਹ ਵੋਟਰ ਥੋੜ੍ਹੇ ਸੀ, ਹੁਣ ਤਾਂ ਚੰਡੀਗੜ੍ਹ ਵੀ ਬਹੁਤ ਵੱਡਾ ਸ਼ਹਿਰ ਬਣ ਗਿਆ। ਸਭ ਤੋਂ ਪਹਿਲਾਂ ਆਮ ਕੇ ਵੇਖਦੇ ਰਹੇ ਹਾਂ, ਜਿਵੇਂ 77 ਦੇ ਇਲੈਕਸ਼ਨ 77 ਦੇ ਇਲੈਕਸ਼ਨ ਸਭ ਤੋਂ ਪਹਿਲਾਂ ਚੰਡੀਗੜ੍ਹ ਦਾ ਇਲਾਕਾ ਆ ਗਿਆ, ਰਿਜ਼ਲਟ ਆਇਆ ਸੀਗਾ 5:30 ਵਜੇ। ਫਿਰ ਹੌਲੀ ਹੌਲੀ ਰਿਜ਼ਲਟ ਆਉਂਦੇ ਰਹੇ ਤੇ ਅਗਲੇ ਦਿਨ ਸੁਬਾਹ ਆਈ ਸੀ ਖਬਰ 5:30 ਕੇ 6 ਵਜੇ ਵੀ ਇੰਦਰਾ ਗਾਂਧੀ ਹਾਰ ਗਈ ਆ, ਸੰਜੇ ਗਾਂਧੀ ਵੀ ਹਾਰ ਗਿਆ। ਤੇ ਨਾਲ ਹੀ ਖਬਰ ਆਈ ਵੀ ਜਿਹੜੀ ਇੰਟਰਨਲ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ, ਉਹ ਹਟਾ ਲਈ ਗਈ ਆ। ਉਹਨੂੰ ਪਤਾ ਸੀ ਵੀ ਜੇ ਮੈਂ ਪਾਵਰ 'ਚ ਨਾ ਰਹੀ ਤੇ ਇਸੇ ਦਾ ਅਲਾਹਾ ਲੈ ਕੇ ਜਿਹੜੇ ਬਾਕੀ ਹੈਗੇ ਆਪਣਾ ਆਉਣ ਵਾਲੀ ਸਰਕਾਰ ਆ ਮੈਨੂੰ ਪਰੇਸ਼ਾਨ ਕਰ ਸਕਦੀ ਆ, ਉਹ ਜਾਂਦੀ ਉਹ ਐਮਰਜੈਂਸੀ ਹਟਾ ਗਈ ਸੀ। ਜੇ ਮੈਂ ਪੁੱਛਾਂ ਜੰਗਪਾਲ ਜੀ, ਜਿਹੜਾ 67 ਦੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ 3 ਇਲੈਕਸ਼ਨ ਹੁੰਦੇ ਨੇ ਪੰਜਾਬ ਵਿਧਾਨ ਸਭਾ ਦੇ, ਕਿਉਂਕਿ ਉਦੋਂ ਤਾਂ ਵੱਡਾ ਪੰਜਾਬ ਸੀ ਪੂਰਾ, ਹੈ ਨਾ, ਉਹ ਇਲੈਕਸ਼ਨ ਕਿੱਦਾਂ ਦੇ ਰਹੇ, ਕਿਵੇਂ ਸੀ? ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਪ੍ਰਤਾਪ ਸਿੰਘ ਕੈਰੋਂ ਵੇਲੇ ਸਿਰਫ 8 ਵਜ਼ੀਰ ਰਹਿ ਗਏ ਸੀ ਉਹਨਾਂ ਦੀ ਮਿਨਿਸਟਰੀ ਦੇ ਵਿੱਚ। ਜਿਹੜੇ ਪਹਿਲਾਂ ਵਾਲੇ ਇਲੈਕਸ਼ਨ ਹੋਏ ਉਦੋਂ ਕਿੰਨੇ ਮੰਤਰੀ ਸੀਗੇ, ਮਿਨਿਸਟਰੀ ਜਿਹੜੀ ਸੀਗੀ ਜੇ ਗੱਲ ਕਰੀਏ ਤਾਂ ਕੀ ਸੀਗਾ ਉਹ ਜਿਹੜੀਆਂ 3 ਇਲੈਕਸ਼ਨਸ ਹੋਈਆਂ? ਮੈਨੂੰ ਮੂੰਹ ਜਵਾਨੇ ਦਾ ਯਾਦ ਨਹੀਂ, ਪਰ ਬੁੱਕ 'ਚੋਂ ਹੀ ਤੁਸੀਂ ਜੇ ਮਿਲ ਸਕੇ। ਹੁਣ ਨਹੀਂ ਪਤਾ ਲੱਗਣਾ ਗਏ, ਕਿਉਂਕਿ ਸਭ ਤੋਂ ਜਦੋਂ ਕੈਰੋਂ ਬਣਿਆ ਨਾ 1962 ਦੇ ਵਿੱਚ, ਉਹਨੇ 34 ਵਜ਼ੀਰ ਲਏ ਸੀ ਟੋਟਲ, ਤੇ 34 ਵੋਟਾਂ ਦੇ ਜਿੱਤਿਆ ਸੀਗਾ। ਲੋਕ ਮਜ਼ਾਕ ਨਾਲ ਕਹਿੰਦੇ ਸੀ ਵੀ ਕੈਰੋਂ 34 ਵੋਟਾਂ ਦੇ ਜਿੱਤੇ 34 ਵਜ਼ੀਰ ਬਣਾਤੇ। ਤੇ 6 ਮਹੀਨੇ ਬਾਅਦ ਚਾਈਨਾ ਅਟੈਕ ਹੋ ਗਿਆ। ਉਦੋਂ ਫਿਰ ਪੰਡਿਤ ਨਹਿਰੂ ਦੀ ਅਪੀਲ ਸੀ ਵੀ ਬਚਤ ਕਰੋ, ਲੜਾਈ ਤੇ ਬਹੁਤ ਖਰਚਾ ਹੋ ਰਿਹਾ। ਤੇ ਉਹਨੇ ਸਾਰੀ ਕੈਬਨਿਟ ਦੇ ਅਸਤੀਫੇ ਲੈ ਲਏ ਤੇ ਉਹਨਾਂ ਵਿੱਚੋਂ 8 ਵਜ਼ੀਰਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ, ਬਾਕੀ ਸਭ ਦੇ ਅਸਤੀਫੇ ਮਨਜ਼ੂਰ ਕਰ ਲਏ। ਉਹ ਤੋਂ ਬਾਅਦ ਵੀ ਕਿਤੇ 15 ਵਜ਼ੀਰ, ਕਿਤੇ 16 ਰੀਆਰਗੇਨਾਈਜੇਸ਼ਨ ਹੋ ਗਈ। ਤਾਂ ਜਦੋਂ ਬਾਦਲ ਬਣਿਆ ਆਪਣਾ ਦੂਜੀ ਵਾਰ ਚੀਫ ਮਿਨਿਸਟਰ, ਉਦੋਂ ਮੇਰੇ ਖਿਆਲ ਸਾਰੇ 16 ਮਿਨਿਸਟਰ ਸੀਗੇ, ਤੋਂ ਵੱਧ ਨਹੀਂ ਸੀਗੇ। ਤੇ ਹੁਣ ਤਾਂ 18 ਨਾ ਮਜਬੂਰੀ ਹੈ,
ਲੇਕਿਨ ਔਨ ਦਾ ਅਦਰ ਹੈਂਡ ਪਾਰਲੀਮੈਂਟ ਸੈਕਟਰੀ ਉਹਨੂੰ ਕੈਬਨਿਟ ਦਾ ਰੈਂਕ ਦੇ ਦਿੰਦੇ ਆ। ਜੇ ਐਡਵਾਈਜ਼ਰ ਆ ਕੈਪਟਨ ਦੇ ਪਤਾ ਨਹੀਂ ਕਿੰਨੇ ਸੀ ਐਡਵਾਈਜ਼ਰ ਸਾਰੇ, ਹਾਂ ਉਹ ਆਫੀਸਰ ਨੂੰ ਸਪੈਸ਼ਲ ਡਿਊਟੀ ਸਭ ਨੂੰ ਕੈਬਨਿਟ ਰੈਂਕ ਦੇ ਜਾਂਦੇ ਸੀਗੇ। ਹੁਣ ਤਾਂ ਕੋਈ ਉਹ ਚੈੱਕ ਹੈ ਹੀ ਨਹੀਂ ਨਾ ਵਰਚੁਅਲੀ, ਉਹ ਕਾਨੂੰਨ ਦਾ ਸ਼ਿਕੰਜਾ ਨਹੀਂ ਤਾਂ ਵਜ਼ੀਰ ਸਭ ਨੂੰ ਬਣਾ ਦੇਣ। ਹਾਂਜੀ, ਜਦੋਂ ਜੇ ਵੱਡਾ ਪੰਜਾਬ ਸੀ ਪੂਰੇ ਦਾ ਪੂਰਾ, ਹਰਿਆਣਾ ਨਾਲ ਸੀ, ਹਿਮਾਚਲ ਨਾਲ ਸੀ, ਉਦੋਂ ਕਿਵੇਂ ਚੱਲਦਾ ਸੀ ਸਾਰਾ ਪ੍ਰੋਸੈਸ? ਉਦੋਂ ਕੰਮ ਵਧੀਆ ਚੱਲਦਾ ਸੀ, ਉਦੋਂ ਇੰਨੀ ਭੱਜ ਨੱਠ ਨਹੀਂ ਸੀ ਕਰਨੀ ਪੈਂਦੀ। ਇੱਕ ਤਾਂ ਸਰਦਾਰ ਸਵਰਨ ਸਿੰਘ ਬਾਰੇ ਮਸ਼ਹੂਰ ਸੀ ਵੀ ਆਪਦੇ ਹਲਕੇ 'ਚ ਕਦੇ ਨਹੀਂ ਸੀ ਵੜਦਾ, ਫਿਰ ਵੀ ਜਿੱਤਦਾ ਰਿਹਾ। ਅੱਜ ਮੈਂ ਸਮਝਦਾ ਕਿ ਜਿਹੜਾ ਵੋਟਰ ਚਾਹੁੰਦਾ ਕਿ ਮੇਰੀ ਸਿੱਧੀ ਹੋਵੇ ਮੇਰੇ ਇਲਾਕੇ ਦੇ MLA ਨਾਲ, ਅਤੇ ਉਹਨਾਂ ਨੂੰ ਜਾਣਾ ਪੈਂਦਾ, ਮਜਬੂਰੀ ਆ। ਜੋ ਲੋਕ ਚਾਹੁੰਦੇ ਉਹ ਪਰੋਸ ਰਹੇ ਆ, ਉਹ ਚਾਹੁੰਦੇ ਕਿ ਸਾਡੇ ਵਿਆਹ ਸ਼ਾਦੀ 'ਤੇ ਵੀ ਆਵੇ, ਸਾਡੇ ਗਮੀ 'ਤੇ ਵੀ ਆ ਕੇ ਬਜ਼ੁਰਗ ਨੂੰ ਸ਼ਰਧਾਂਜਲੀ ਭੇਟ ਕਰਨੀ, ਅਤੇ MLA ਕਰੇ। ਉਹ ਫਿਰ MLA ਗਾਪੀ ਮਾਰਦੇ, ਹਾਲਾਂਕਿ ਇੱਕ ਵਾਰ ਵੀ ਬਜ਼ੁਰਗ ਦਾ ਮੂੰਹ ਨਹੀਂ ਵੇਖਿਆ ਹੋਣਾ। ਮੈਂ ਬਜ਼ੁਰਗਾਂ ਕੋਲ ਅਕਸਰ ਹੀ ਆਉਂਦਾ ਰਿਹਾ, ਉਹਨਾਂ ਨਾਲ ਦੁੱਖ ਸੁੱਖ ਕਰਦਾ ਰਿਹਾ, ਸਾਡੇ ਇਹਨਾਂ ਨਾਲ ਪਰਿਵਾਰਕ ਸੰਬੰਧ ਆ, ਇਹ ਗੱਲਾਂ ਆਮ ਹੀ ਹੁੰਦੀਆਂ ਹੈਗੀਆਂ। ਅਤੇ ਫਿਰ ਵੀ ਆਪਾਂ ਬੁਲਾਉਂਦੇ ਹਾਂ ਅਤੇ ਆਪਾਂ ਫਿਰ ਚੌੜੇ ਹੋ ਜਾਂਦੇ ਹਾਂ ਵੀ MLA ਆ ਗਿਆ, ਵੀ ਹੁਣ ਤਾਂ ਮੈਂ ਤਾਂ ਮੇਰੀ ਤਾਂ ਸਿੱਧੀ ਉਹਦੇ ਨਾਲ, ਅਤੇ ਸਿੱਧੀ ਕਿਸੇ ਨਾਲ ਵੀ ਨਹੀਂ ਉਹਨਾਂ ਦੀ ਹੁੰਦੀ। ਮੈਂ ਪੜ੍ਹ ਰਿਹਾ ਸੀ ਕਈ ਹਲਕਿਆਂ 'ਚ ਮੈਂ ਵਿਚਰਿਆ, ਸ਼ਾਹਕੋਟ ਹਲਕੇ 'ਚ ਵਿਚਰਿਆ, ਉੱਥੋਂ ਸੀਗੇ ਅਜੀਤ ਸਿੰਘ, ਉਹ ਵੀ ਲਗਾਤਾਰ ਜਿੱਤਦੇ ਆਏ 5 ਵਾਰ, ਜਾਂ ਹੋਰ ਕਈ ਪੜ੍ਹ ਰਿਹਾ ਸੀ ਮੈਂ। ਪਰ ਹੁਣ ਤਾਂ ਨਵਾਂ ਕੰਮ ਚੱਲ ਪਿਆ, ਜਿਹੜੇ ਉਮੀਦਵਾਰ ਨੇ ਹੁਣ ਤਾਂ ਗਾਣਿਆਂ 'ਤੇ ਵੀਡੀਓਜ਼ ਪਾਉਂਦੇ ਆ। ਬਿਲਕੁਲ, ਇਹ ਫਿਰ ਮੀਡੀਆ ਦਾ ਸਹਾਰਾ ਲੈਣਾ ਪਊਗਾ, ਕਿਉਂਕਿ ਲੋਕ ਵੇਖਦੇ ਇਸ ਨੂੰ। ਹਾਂ, ਇਹ ਵੀ ਪ੍ਰਚਾਰ ਦਾ ਇੱਕ ਸਾਧਨ ਆ ਨਵਾਂ, ਕਿਉਂਕਿ ਚੇਂਜ ਆਉਣੀ ਆ, ਪਹਿਲਾਂ ਵਾਲਾ ਸਿਸਟਮ ਨਹੀਂ ਰਹਿਣਾ ਗਾ। ਹਾਂਜੀ, ਜੇ ਮੈਂ ਪੁੱਛਾਂ, ਜਿਵੇਂ ਤੁਸੀਂ ਕਿਹਾ ਕਿ ਮੈਨੂੰ 10 ਸਾਲ ਬੁੱਕ ਤਿਆਰ ਕਰਨ 'ਤੇ ਲੱਗ ਗਏ, ਅਤੇ ਤੁਸੀਂ 10 ਸਾਲਾਂ 'ਚ ਇੱਕ ਰੈਫਰੈਂਸ ਬੁੱਕ ਤਿਆਰ ਕੀਤੀ, ਅਤੇ ਤੁਹਾਡੀ ਹੈਲਪ ਕਿੰਨਾ ਨੇ ਕੀਤੀ? ਹੈਲਪ ਸਭ ਤੋਂ ਵੱਧ ਤਾਂ ਮੇਰੀ ਵਾਈਫ ਨੇ ਕੀਤੀ। ਫਿਰ ਬਾਕੀ ਇੱਕ ਚਾਚਾ ਜੀ ਨੇ ਇੱਥੇ ਆਪਣਾ ਹਰਜਿੰਦਰ ਸਿੰਘ ਤਾਂਗੜੀ, ਉਹਨਾਂ ਦੀ ਹੁਣੇ ਡੈਥ ਹੋਈ ਆ ਫਰੀਦਕੋਟ ਤੋਂ, ਨਾਂ ਸੁਣਿਆ ਉਹਨਾਂ ਦਾ। ਉਹ 100 ਸਾਲ ਤੇ 10 ਦਿਨ ਭੋਗ ਕੇ ਇਸ ਜਹਾਨ ਤੋਂ ਗਏ ਆ। ਉਹਨਾਂ ਨੂੰ ਕਾਫੀ ਨੌਲੇਜ ਸੀ। ਪ੍ਰੋਫੈਸਰ ਸੁਭਾਸ਼ ਪ੍ਰਹਾਰ, ਉਹਨਾਂ ਦੀ ਮੈਂ ਬਹੁਤ ਇੱਜ਼ਤ ਕਰਦਾ ਹਾਂ, ਅਤੇ ਔਰ ਮੈਨੂੰ ਸਹੀ ਗਾਈਡ ਕਰਦੇ ਰਹੇ ਹਰ ਪਾਸੇ। ਅਤੇ ਇਸ ਤਰ੍ਹਾਂ ਹੋਰ ਬਥੇਰੇ ਸਾਥੀ ਜਿਨ੍ਹਾਂ ਨੇ ਮੇਰੀ ਇਸ ਤਰ੍ਹਾਂ ਪੂਰੀ ਮਦਦ ਕੀਤੀ ਹੈ। ਹਾਂਜੀ, ਇੱਕ ਜੀ ਗੱਲ ਕਰੀਏ ਨਾ, ਹੈਲਪ ਦੇ ਨਾਲ ਹੈ ਨਾ ਮਨੀ ਪਾਵਰ ਵੀ ਲੱਗਦੀ ਹੈ। ਸੋ ਇਹਦੇ 'ਤੇ ਮੈਂ ਪੁੱਛਾਂ, ਜਿਵੇਂ ਤੁਸੀਂ ਕਿਹਾ, ਦੱਸ ਰਹੇ ਸੀ ਤੁਸੀਂ ਹੈ ਨਾ ਵੀ 200 ਕਾਪੀਜ਼ ਪਹਿਲੀ ਵਾਰ ਫਸਟ ਐਡੀਸ਼ਨ ਦੇ ਵਿੱਚ ਇਹ ਅਸੀਂ ਹੈ ਨਾ ਪਬਲਿਸ਼ ਕਰਵਾਈ, ਅਤੇ ਜੇ ਮੈਂ ਪੁੱਛਾਂ ਵੀ ਕਿੰਨਾ ਕੁ ਪੈਸਾ ਉਸ ਤੋਂ ਪਹਿਲਾਂ ਜਿਹੜਾ ਲੱਗ ਗਿਆ, ਪਬਲਿਸ਼ ਕਰਾਉਣ ਤੋਂ ਪਹਿਲਾਂ ਇੰਨੀ ਰਿਸਰਚ ਕੀਤੀ, ਇੰਨਾ ਕੰਮ ਕੀਤਾ? ਅਤੇ ਉਹਦੇ ਬਾਰੇ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਨਾ ਡਾਟਾ ਰੱਖੀ ਦਾ। ਪਰ ਕਿਤਾਬ ਛਪਾਉਣ 'ਤੇ ਤੁਹਾਨੂੰ ਪਤਾ ਵੀ 20 ਤੋਂ ਲੈ ਕੇ 25-30 ਹਜ਼ਾਰ ਤੱਕ ਲੱਗ ਜਾਂਦਾ। ਉਸ ਤੋਂ ਪਹਿਲਾਂ ਮੈਂ ਪੁੱਛ ਰਿਹਾ, ਜਿਹੜਾ ਪਹਿਲਾਂ ਦਾ ਤਾਂ ਕੁਛ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਚੰਡੀਗੜ੍ਹ ਉਦੋਂ ਮੈਂ ਗੇੜੇ ਕਈ ਲੱਗੇ, ਕਿਉਂਕਿ ਮੈਂ 2008 ਤੱਕ ਸਰਵਿਸ 'ਤੇ ਸਾਂ। ਉਦੋਂ ਅਕਸਰ ਮੈਂ ਟੂਰ 'ਤੇ ਜਾਂਦਾ ਸਾਂ, ਤਾਂ ਮੈਂ ਕਹਿ ਸਕਦਾ ਵੀ ਮੇਰੇ ਮਹਿਕਮੇ ਵੱਲੋਂ ਵੀ ਮੇਰੀ ਹੈਲਪ ਹੋਈ ਆ, ਕਿਉਂਕਿ ਮੈਨੂੰ TAD ਮਿਲਦਾ ਸੀਗਾ, ਠਹਿਰਨਾ ਉੱਥੇ, ਅਤੇ ਨਾਲ ਦਫ਼ਤਰ ਦੇ ਕੰਮ ਦੇ ਨਾਲ ਇਹ ਵੀ ਕੰਮ ਕਰ ਲੈਣਾ, ਇਹ ਹੈਲਪ ਹੋ ਗਈ। ਜਾਂ ਦਿੱਲੀ ਵੀ ਗਿਆ, ਜਦੋਂ ਗਏ ਸੀ, ਕਿਸੇ ਹੋਰ ਕੰਮ ਗਏ ਸੀ, ਚਲੋ ਵੀ ਚੀਫ ਇਲੈਕਸ਼ਨ ਕਮਿਸ਼ਨ ਦੇ ਆਫਿਸ ਵੀ ਜਿਹੜਾ ਆਪਦਾ ਕਲੈਰੀਫਿਕੇਸ਼ਨ ਕਰ ਲਈਏ। ਸੋ ਇਹਦੇ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ। ਬਾਕੀ ਪੈਸੇ ਤਾਂ ਲੱਗਦੇ ਕੁਦਰਤੀ ਗੱਲ, ਜੇ ਤੁਸੀਂ ਰਿਸਰਚ ਕਰਨੀ ਆ ਤਾਂ। ਹੁਣ ਮੈਂ ਜੇ ਕਿਸੇ ਕਵੀ ਕੋਲੇ ਬੈਠਾ ਹੋਵਾਂ ਤਾਂ ਮੈਂ ਕਹਿ ਦਿਆਂ ਕਿ ਮੈਨੂੰ ਕੋਈ ਆਪਦੀ ਕਵਿਤਾ ਸੁਣਾ ਦਿਓ, ਕੋਈ ਗਜ਼ਲ ਦੇ ਹੈ ਨਾ ਸ਼ੇਅਰ ਸੁਣਾ ਦਿਓ ਕੋਈ ਮੈਨੂੰ। ਮੈਂ ਚਾਹੂੰਗਾ ਹੁਣ ਇਹਦੇ 'ਚੋਂ ਕੁਛ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਕੁਛ ਵੀ ਇਹਦੇ ਵਿੱਚੋਂ ਤਾਂ ਦੇਖੋ ਜੀ, ਜਵਾਨੀ ਤਾਂ ਹੁਣ ਕੁਛ ਨਹੀਂ ਦੱਸਿਆ ਜਾ ਸਕਦਾ। ਮੈਂ ਕਹਿੰਦਾ ਵੀ ਕੁਛ ਵੀ ਦੱਸ ਦਿਓ ਇਹਦੇ 'ਚ। ਜਿਵੇਂ ਵਿਲੱਖਣ ਤੱਥ ਬੜੇ ਆ ਆਪਣੇ ਸਿਆਸਤ ਵਿੱਚ ਹੋਏ ਆ। ਪ੍ਰਕਾਸ਼ ਸਿੰਘ ਬਾਦਲ ਬਾਰੇ ਦੱਸਾਂ, ਮੇਰੇ ਸਿਆਸੀ ਮਤਭੇਦ ਹੋਣਾ ਹੋਰ ਗੱਲ ਹੈ, ਲੇਕਿਨ ਜੋ ਕੀਰਤੀਮਾਨ ਸਥਾਪਿਤ ਕਰ ਗਏ ਆ ਕਿ ਸਭ ਤੋਂ ਲੰਮਾ ਸਮਾਂ ਉਹ ਵਿਧਾਨ ਸਭਾ ਦੇ ਮੈਂਬਰ ਰਹੇ। 1957 ਤੋਂ ਵਿਧਾਨ ਸਭਾ 'ਚ ਜਿੱਤਦੇ ਆ ਰਹੇ ਆ, ਅਤੇ ਸਿਰਫ ਇੱਕੋ ਇਲੈਕਸ਼ਨ ਹਾਰੇ ਆ 1967 ਦਾ, ਉਹ ਵੀ 57 ਵੋਟਾਂ ਦੇ ਫਰਕ ਨਾਲ ਹਰਚਰਨ ਸਿੰਘ ਬਰਾੜ ਤੋਂ, ਅਤੇ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹਾਰੇ। ਸਭ ਤੋਂ ਲੰਮਾ ਸਮਾਂ ਉਹ ਚੀਫ ਮਿਨਿਸਟਰ ਰਹੇ, ਸਭ ਤੋਂ ਲੰਮਾ ਸਮਾਂ ਉਹ ਲੀਡਰ ਆਫ ਦੀ ਆਪੋਜੀਸ਼ਨ ਰਹੇ। ਜੇ ਮੈਂ ਪੁੱਛਾਂ ਸਭ ਤੋਂ ਘੱਟ ਸਮਾਂ ਕੌਣ ਰਿਹਾ ਹੈਗਾ? ਸਭ ਤੋਂ ਘੱਟ ਸਮਾਂ ਤਾਂ ਮੇਰਾ ਖਿਆਲ ਹੈ ਬੀਬੀ ਪੱਠੜੀ ਰਹੀ ਹੈ। ਹਾਂਜੀ, ਇਹ ਰਹੀ ਹੈ ਮੇਰਾ ਖਿਆਲ 2-2.5 ਮਹੀਨੇ ਜਾਂ 3 ਮਹੀਨੇ ਰਹੀ ਹੈ ਬਸ ਉਦੋਂ, ਕਿਉਂਕਿ ਜਦੋਂ ਇਹ ਨਵੰਬਰ ਦੇ ਐਂਡ 'ਚ ਇਹਦੀ ਮਿਨਿਸਟਰੀ ਬਣੀ ਆ, ਅਤੇ ਫਰਵਰੀ ਵਿੱਚ ਗਾਂ ਇਲੈਕਸ਼ਨ ਆ ਗਈ ਹੈ। ਅਤੇ ਜਦੋਂ ਡਾਟੇ ਇਕੱਠੇ ਕਰ ਰਹੇ ਸੀ, ਔਖਾ ਲੱਗਿਆ ਕੰਮ? ਨਹੀਂ, ਕੋਈ ਔਖਾ ਨਹੀਂ ਲੱਗਾ, ਸਗੋਂ ਇਹ ਤਾਂ ਦਿਲਚਸਪੀ ਦਾ ਬਾਇਸ ਹੈ, ਸਗੋਂ ਬਹੁਤ ਵਧੀਆ ਟਾਈਮ ਪਾਸ ਹੁੰਦਾ ਇਹਦੇ ਨਾਲ। ਜੀ ਕਰਦਾ ਕੁਛ ਹੋਰ ਕਰ ਲਈਏ। ਪਹਿਲਾਂ ਮੈਂ ਸਿਰਫ MLA ਦਾ ਹੀ ਡਾਟਾ ਇਕੱਠਾ ਕਰਨਾ ਸੀ, ਫਿਰ ਮੈਂ ਕਿਹਾ ਨਾਲ ਕੰਸਟੀਚੁਐਂਸੀ ਦਾ ਵੀ ਦੇ ਦਈਏ, ਕੋਈ ਕਿਤਾਬ ਤਾਂ ਛਪਾਉਣੀ ਆ, ਕੀ ਫਰਕ ਪੈਂਦਾ। ਸੋ ਇਹ ਤਾਂ ਇੱਕ ਸਮੁੰਦਰ ਹੈ, ਇਸ ਪਾਸੇ ਪੈ ਜਾਈਏ ਤਾਂ। ਅਤੇ ਮੈਂ ਸਮਝਦਾ ਵੀ ਸਮੁੰਦਰ ਆ ਜਿਹੜਾ, ਇਹ ਕਿਸੇ ਨੇ ਇਹਦੇ 'ਚ ਗਲਾਸ ਪਾਇਆ, ਕਿਸੇ ਨੇ 1 ਤੁਪਕਾ ਪਾਇਆ, ਕਿਸੇ ਨੇ 2 ਤੁਪਕੇ ਪਾਏ, ਅਤੇ ਜਿਹੜਾ ਬੰਦਾ ਪਾ ਸਕਦਾ ਆਪਦੀ ਵਿੱਤ ਮੁਤਾਬਕ, ਉਹਦੇ 'ਚ 1 ਅੱਧਾ ਤੁਪਕਾ ਪਾਉਣਾ ਚਾਹੀਦਾ। ਅਤੇ ਮੈਂ ਵੀ ਕੋਸ਼ਿਸ਼ ਕੀਤੀ ਵੀ ਮੈਂ ਆਪਦੇ ਵੱਲੋਂ ਜਿੰਨਾ ਕੁ ਕਰ ਸਕਦਾ ਇਸ ਗਿਆਨ ਦੇ ਸਮੁੰਦਰ ਵਿੱਚ 1 ਤੁਪਕਾ ਪਾ ਦਿਆਂ, ਅਤੇ ਮੈਂ ਕਿੰਨਾ ਕਾਮਯਾਬ ਹੋਇਆ ਇਹ ਪੜ੍ਹਨ ਵਾਲੇ ਦੱਸਣਗੇ।
ਹਾਂਜੀ। ਮੈਂ ਵੀ ਪੜ੍ਹੀ ਹੈ ਕਿਤਾਬ ਤੁਹਾਡੀ, ਹੈ ਨਾ, ਜਦੋਂ ਲੋੜ ਪੈਂਦੀ ਰਹੀ, ਜਿਵੇਂ ਰੈਫਰੈਂਸ ਬੁੱਕ ਹੈ, ਕਿਉਂਕਿ ਕਿਹਾ ਕਿ ਨਾਵਲ ਤਾਂ ਹੈ ਨਹੀਂ ਕਿ ਸਵੇਰ ਤੋਂ ਸ਼ੁਰੂ ਕਰੋ ਤੇ ਸ਼ਾਮ ਤੱਕ ਖਤਮ ਕਰ ਦਿਓ। ਇਹ ਤਾਂ ਜਦੋਂ ਲੋੜ ਪਈ ਹੈ ਉਦੋਂ ਵੇਖਣਾ ਤੇ ਉਹ ਪੇਜ ਕੱਟ ਕੇ ਵੇਖਿਆ ਜਾਏਗਾ। ਪੋਲੀਟੀਸ਼ੀਅਨਸ ਨੂੰ ਲੋੜ ਪੈਂਦੀ ਹੈ ਬੁੱਕ ਦੀ? ਕਿਸੇ ਨਾਲ ਗੱਲ ਹੋਈ? ਮੇਰਾ ਖਿਆਲ ਨਹੀਂ ਕਿਸੇ ਨਾਲ ਗੱਲ ਨਹੀਂ, ਬਾਕੀ ਮੇਰਾ ਸਫੀਰ ਵੀ ਨਹੀਂ, ਮੇਰਾ ਕੋਈ ਬੜਾ ਵਾਹ ਨਹੀਂਗਾ, ਮੇਰੀ ਪਹੁੰਚ ਨਹੀਂ ਪੋਲੀਟੀਸ਼ਨ ਤੱਕ। ਹਾਂਜੀ ਹਾਂ, ਪੋਲੀਟੀਸ਼ੀਅਨਾਂ ਦੀ ਤਾਂ ਤੁਹਾਡੀ ਕਿਤਾਬ ਤੱਕ ਪਹੁੰਚ ਹੈਗੀ ਆ, ਮੈਨੂੰ ਪਤਾ ਲੱਗਿਆ। ਨਹੀਂ ਹੋ ਸਕਦਾ ਹੋਵੇ ਪਰ ਮੇਰੇ ਹਾਲ ਨਹੀਂ ਹੋਣੇਗੀ। ਹਾਂ, ਉਹਨਾਂ ਨੂੰ ਉਹ ਤਾਂ ਉਹਨਾਂ ਦੇ ਬਾਰੇ ਲੋਕੀ ਪੜ੍ਹਦੇ ਆ, ਲਿਖਦੇ ਆ, ਉਹਨਾਂ ਨੂੰ ਕੀ ਲੋੜ ਪੜ੍ਹਨ ਦੀ। ਸੁਜੈਸਟ ਕਰੋਗੇ? ਮੈਂ ਸੁਜੈਸਟ ਕਰਦਾ ਪੋਲੀਟੀਸ਼ੀਅਨਸ ਨੂੰ ਕਿ ਇਹ ਕਿਤਾਬ ਜਿਹੜੀ ਆ ਜ਼ਰੂਰ ਪੜ੍ਹਨੀ ਚਾਹੀਦੀ ਆ, ਕਿ ਜਿਹੜੇ ਪੰਜਾਬ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਇਹ ਬੁੱਕ ਜ਼ਰੂਰ ਪੜ੍ਹਨੀ ਚਾਹੀਦੀ ਆ। ਹਾਲਾਂਕਿ ਇੰਗਲਿਸ਼ 'ਚ ਇਹ ਪਬਲਿਸ਼ ਹੋਈ ਸੀ 2013 ਦੇ ਵਿੱਚ। ਆਪਣਾ ਪੰਜਾਬੀ 'ਚ ਟਰਾਂਸਲੇਸ਼ਨ ਕੀਤਾ ਪਿਆ। ਆ ਇਲੈਕਸ਼ਨ ਹੋ ਰਹੇ ਆ ਅਗਲੇ ਸੰਡੇ, ਪਰਸੋਂ ਕੱਲ੍ਹ ਹੀ ਇਲੈਕਸ਼ਨ ਆਪਣੇ ਹੈਗੇ ਆ ਤੇ 10 ਤਰੀਕ ਨੂੰ ਰਿਜ਼ਲਟ ਆ ਜਾਣੇ ਆ। ਰਿਜ਼ਲਟ ਮੇਰਾ ਖਿਆਲ ਵੀ ਇਹਨੇ ਵੀਕ ਉਹ ਵੈਬਸਾਈਟ 'ਤੇ ਪਾਉਂਦੇ ਆ, ਉਹਨੂੰ ਵਿੱਚ ਐਡ ਕਰਕੇ ਤੇ ਮੇਰਾ ਖਿਆਲ 2022 ਦੇ ਐਂਡ 'ਚ ਆਪਣਾ ਪੰਜਾਬੀ ਐਡੀਸ਼ਨ ਇਹਦਾ ਆ ਜਾਏਗਾ, ਜਿਹੜਾ ਕਿ ਅਪ ਟੂ ਡੇਟ ਹੋਏਗਾ। ਉਹਦੇ 'ਚ ਬਾਈ ਇਲੈਕਸ਼ਨ ਦਾ ਵੀ ਵੇਰਵਾ ਸਾਰਾ ਹੋਊਗਾ, ਡਿਫੈਕਸ਼ਨ ਦਾ ਵੀ ਸਾਰਾ ਜ਼ੋਰ ਹੋਊਗਾ ਵੇਰਵਾ, ਤੇ ਹੋਰ ਸਾਰਾ ਯਾਨੀ ਕੰਪਲੀਟ ਹੋਊਗੀ 2022 ਤੱਕ। ਹਾਂਜੀ, ਨਵਾਂ ਐਡੀਸ਼ਨ ਜਿਹੜਾ ਆ ਰਿਹਾ, ਮੈਂ ਲੱਭਣ ਦੀ ਕੋਸ਼ਿਸ਼ ਕੀਤੀ। ਮੈਨੂੰ ਕਈਆਂ ਨੇ ਪੁੱਛਿਆ, ਮੇਰੇ ਦੋਸਤਾਂ ਨੇ, ਕਹਿੰਦੇ ਮੈਨੂੰ ਬੁੱਕ ਦੇ ਦਿਓ, ਤੇ ਮੈਂ ਕਿਹਾ ਐਡੀਸ਼ਨ ਇਹਦਾ 2013 ਦੇ ਵਿੱਚ ਆਇਆ ਸੀ, 17 ਦਾ ਮੈਨੂੰ ਕੋਈ ਐਡੀਸ਼ਨ ਜਾਂ ਮਤਲਬ ਨਹੀਂ ਮਿਲਿਆ। ਮੈਂ ਕਿਹਾ 18 ਦੇ ਵਿੱਚ ਆਇਆ ਹੋਊਗਾ ਐਡੀਸ਼ਨ, ਕਿਉਂਕਿ 17 'ਚ ਇਲੈਕਸ਼ਨ ਹੋਏ। ਉਸ ਤੋਂ ਬਾਅਦ ਨਹੀਂ ਆਈ। ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਹੁਣ ਪੰਜਾਬੀ 'ਚ ਮੈਂ ਟਰਾਂਸਲੇਸ਼ਨ ਨਾਲ ਪੈ ਗਿਆ, ਬਾਕੀ ਹੋਰ ਕਿਤਾਬਾਂ ਵੀ ਜਿਹੜੀਆਂ ਨਾਲ ਲਿਖੀਆਂ ਉਹਦੇ ਵਿੱਚ ਵੀ ਕੁਛ ਟਾਈਮ ਲੱਗ ਜਾਂਦਾ ਹੈਗਾ, ਤੇ ਹੁਣ ਇਹ ਆ ਜਾਏਗਾ। ਹਾਂਜੀ, ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਪੋਲੀਟੀਸ਼ੀਅਨਸ ਦਾ ਮੇਰੇ ਨਾਲ ਕੋਈ ਵਾਹ ਵਾਸਤਾ ਨਹੀਂ ਜਾਂ ਮੇਰੀ ਉਹਨਾਂ ਤੱਕ ਪਹੁੰਚ ਨਹੀਂ ਗਈ, ਤੇ ਜਦੋਂ ਇਹਦਾ ਰਿਵਿਊ ਛਪਿਆ ਬੁੱਕ ਦਾ, ਤੇ ਉਦੋਂ ਫੋਨ ਆਇਆ ਕਿਸੇ ਦਾ? ਪੋਲੀਟੀਸ਼ਨ ਕਿਸੇ ਦਾ ਨਹੀਂ ਆਏਗਾ, ਸਕਾਲਰ ਦੇ ਬੜੇ ਆ ਇਹ ਲੋਕਾਂ ਦੇ, ਹਾਂ, ਜਿਹੜੇ ਪੜ੍ਹਨ ਵਾਲੇ ਵੀ ਉਹਨਾਂ ਨੂੰ ਬੜਾ ਐਪਰੀਸ਼ੀਏਟ ਕੀਤਾ। ਸਹੀ ਕਿਤਾਬ ਕਿੱਥੋਂ ਮਿਲ ਸਕਦੀ ਆ, ਕਈਆਂ ਨੂੰ ਮੈਂ ਬਾਈ ਪੋਸਟ ਵੀ ਕਿਤਾਬ ਭੇਜੀ, ਤੇ ਜਿਹੜੇ ਜਿਨ੍ਹਾਂ ਨੇ ਰਿਵਿਊ ਲਿਖਿਆ ਸੀ ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਦਾ ਧੰਨਵਾਦ ਕੀਤਾ। ਡਾਕਟਰ ਰੰਧਾਵਾ ਜਿਹੜੇ ਕਿ ਆਪਣਾ ਖਾਲਸਾ ਕਾਲਜ ਸੁਲਤਾਨਪੁਰ ਦੇ ਪ੍ਰਿੰਸੀਪਲ ਸਨ, ਉਹ ਕਹਿੰਦੇ ਵੀ ਬੀਬੀ ਉਪਿੰਦਰਜੀਤ ਕੌਰ ਨਾਲ ਮੇਰੀ ਗੱਲ ਹੋਈ ਸੀ, ਕਹਿੰਦੇ ਸੀ ਵੀ ਪੰਜਾਬ ਸਰਕਾਰ ਨੇ ਵੀ ਸੋਚਿਆ ਸੀ ਵੀ ਇਹ ਛਪਾਇਆ ਜਾਵੇ, ਤੇ ਹੁਣ ਉਹਨਾਂ ਨੇ ਕਿਤਾਬ ਪੜ੍ਹਨੀ ਆ, ਤੇ ਜਦੋਂ ਤੁਸੀਂ ਕਿਤਾਬ ਭੇਜੋ ਫਿਰ ਉਹਨੂੰ ਕਿਤਾਬ ਭੇਜੀ ਸੀ ਉਹਨਾਂ ਨੂੰ, ਪ੍ਰਿੰਸੀਪਲ ਸਾਹਿਬ ਨੂੰ, ਉਹਨਾਂ ਨੇ ਕਹਾਂ ਦੇਤੀ ਹੋਣੀ ਆ। ਬਸ ਉਹ ਕਹਿ ਸਕਦੇ ਇੱਕੋ ਇੱਕ ਪੋਲੀਟੀਸ਼ਨ ਹੈ ਜਦੋਂ ਕਿ ਉਹ ਪਾਵਰ 'ਚੋਂ ਲੈ ਚੁੱਕੀ ਸੀ, ਤੇ ਉਹਨਾਂ ਨੇ ਕਿਤਾਬ ਦੇ ਵਿੱਚ ਦਿਲਚਸਪੀ ਵਿਖਾਈ ਸੀ, ਤੇ ਅਦਰਵਾਈਜ਼ ਹੋਰ ਕਿਸੇ ਪੋਲੀਟੀਸ਼ਨ ਨੇ ਇਹਦੇ ਵੱਲ ਦਿਲਚਸਪੀ ਨਹੀਂ ਵਿਖਾਈ। ਤੁਸੀਂ ਪੰਜਾਬ ਦੇ 1952 ਤੋਂ ਲੈ ਕੇ 2012 ਤੱਕ ਜੇ ਮੈਂ ਪੁੱਛਾਂ ਸਾਰੇ ਪੋਲੀਟੀਸ਼ੀਅਨਸ ਬਾਰੇ ਲਿਖਿਆ, ਉਹਨਾਂ ਬਾਰੇ ਇੰਨਾ ਪੜ੍ਹਿਆ, ਜੇ ਮੈਂ ਪੁੱਛਾਂ ਤੁਹਾਨੂੰ ਸਭ ਤੋਂ ਵਧੀਆ ਪੋਲੀਟੀਸ਼ੀਅਨ ਕਿਹੜਾ ਲੱਗਿਆ, ਜਿਹੜਾ ਪੰਜਾਬ ਦੇ ਲਈ ਖੜਿਆ ਹੋਵੇ, ਪੰਜਾਬ ਦੇ ਹਿੱਤਾਂ ਦੀ ਜਿਹੜਾ ਗੱਲ ਕਰਦਾ ਹੋਵੇ? ਮੈਨੂੰ ਤਾਂ ਪ੍ਰਤਾਪ ਸਿੰਘ ਕੈਰੋਂ ਨੂੰ ਮੈਂ ਤਾਂ ਨੰਬਰ 1 'ਤੇ ਰੱਖਾਂਗਾ ਜੀ। ਦੋ ਤੇ ਦੋ ਦੇ ਕੋਈ ਕਾਬਲ ਨਹੀਂ ਮੈਂ ਸਮਝਦਾ, ਕੋਈ ਵੀ ਨਹੀਂ ਜੀ। ਲక్ష్మణ ਸਿੰਘ ਗਿੱਲ ਕਹਿ ਸਕਦੇ ਆਪਾਂ, ਪਰ ਉਹਦਾ ਟੈਨਰ ਬਹੁਤ ਥੋੜੀ ਸੀ। ਜੇ ਅਕਸਰ 5-7 ਸਾਲ ਰਾਜ ਕਰ ਰਿਹਾ ਫਿਰ ਪਤਾ ਲੱਗਦਾ ਵੀ ਇਹਨੇ ਕੀ ਕਰਨਾ ਸੀ ਹੋਰ, ਤੇ ਕੀ ਇਹਦਾ ਮਾਡਲ ਹੈਗਾ। ਪਰ ਉਹ ਫਿਰ ਵੀ ਚਲੋ ਜੋ ਕੁਛ ਕਰ ਗਿਆ, ਜਿਵੇਂ ਪੰਜਾਬੀ ਲਾਗੂ ਕਰ ਗਿਆ, ਜਿਸ ਲਈ ਪੰਜਾਬੀ ਸੂਬਾ ਬਣਿਆ ਸੀਗਾ, ਪਿੰਡਾਂ ਵੱਲ ਉਹਨੇ ਸੜਕਾਂ ਦਾ ਜਾਲ ਵਿਛਾਤਾ, ਇਹ ਇਸ ਕਰਕੇ ਉਹਨੂੰ 2 ਨੰਬਰ 'ਤੇ ਕਹਿ ਸਕਦੇ ਆਪਾਂ। ਤੇ 3 ਤੇ ਰਹਿਣ ਦਿਓ, ਬਾਕੀ ਸਾਰੇ ਤਾਂ ਫਿਰ ਉਹ ਅੱਜ ਤੱਕ ਦੱਸ ਦਿਓ ਮੈਨੂੰ। ਬਾਕੀ ਤਾਂ ਫਿਰ ਉਹ ਕਹਿੰਦੇ ਨੇ ਦੜਾ ਮਾਲ ਹੀ ਆ ਸਾਰਾ। ਹਾਂਜੀ, ਲੱਗਦਾ ਅੱਜ ਦੀ ਜਿਹੜੀ ਰਾਜਨੀਤੀ ਆ, ਹੁਣ ਵੀ ਕੰਮ ਕਰ ਰਹੇ ਹੋ ਤੁਸੀਂ, 17 ਵਾਲੇ ਇਲੈਕਸ਼ਨ ਜਾਂ ਜਿਹੜੇ 22 ਵਾਲੇ ਇਲੈਕਸ਼ਨ ਨੇ, ਇਹਨਾਂ ਤੇ ਕੰਮ ਕਰ ਰਹੇ ਹੋ। ਨੌਜਵਾਨੀ ਵੀ ਆਈ ਹੈ, ਨੌਜਵਾਨ ਕੈਂਡੀਡੇਟ ਆਏ ਨੇ, ਨੌਜਵਾਨ ਲੀਡਰ ਆਏ ਨੇ ਪੰਜਾਬ ਦੀ ਰਾਜਨੀਤੀ 'ਚ। ਹੁਣ ਲੱਗਦਾ ਕੋਈ ਪ੍ਰਤਾਪ ਸਿੰਘ ਕੈਰੋਂ ਵਰਗਾ, ਲక్ష్మణ ਸਿੰਘ ਗਿੱਲ ਵਰਗਾ? ਕੋਈ ਨਹੀਂ ਆਊਗਾ। ਹੁਣ ਲੋਕ ਵੀ ਇਹੋ ਜਿਹੇ, ਪਰ ਲੋਕ ਮੰਗਦੇ ਹੀ ਕੁਛ ਨਹੀਂ। ਹੁਣ ਪੰਜਾਬ ਦੇ ਇਲੈਕਸ਼ਨ ਲੈ ਲਓ ਤੁਸੀਂ, ਕਿਸੇ ਨੇ ਮੰਗਿਆ ਵੀ ਸਾਨੂੰ ਰੁਜ਼ਗਾਰ ਮਿਲੂਗਾ ਕਿ ਨਹੀਂ ਮਿਲੂਗਾ? ਮੁੱਦੇ ਹੀ ਹੁਣ ਤਾਂ ਹੋਰ ਹੈਗੇ ਆ। ਮੁੱਦੇ ਕੀ, ਤੁਹਾਨੂੰ ਮੁਫਤ ਦੇਵਾਂਗੇ ਆਪਾਂ ਖੁਸ਼ ਹੋ ਜਾਂਦੇ ਆ, ਉਹ ਯਾਰ ਬਿਜਲੀ ਮਾਫ ਹੋ ਜੂਗੀ, ਮੁਫਤੀ ਬਿੱਲ ਨਹੀਂ ਦੇਣਾ ਪੈਣਾਗਾ, ਇਹਦਾ ਮਤਲਬ ਆਪਾਂ ਮੁਫਤ ਹੀ ਪਾਲਦੇ ਹਾਂ। ਆਪਾਂ ਇੰਨੇ ਪੰਜਾਬੀ ਗਿਰ ਚੁੱਕੇ ਹਾਂ ਥੱਲੇ ਜਮਾਂ, ਵੀ ਮੁਫਤ ਭਾਲਦੇ ਹਾਂ ਆਪਾਂ ਜਮਾਂ, ਕੀੜੇ ਬਣੇ ਪਏ ਹਾਂ ਆਪਾਂ ਜਮਾਂ। ਰੁਜ਼ਗਾਰ ਤਾਂ ਮੰਗਦਾ ਹੀ ਕੋਈ ਨਹੀਂ ਜਮਾਂ। ਕਾਲਜਾਂ ਦੇ ਵਿੱਚ 1994 ਤੋਂ ਬਾਅਦ ਕੋਈ ਭਰਤੀ ਨਹੀਂ ਹੋਏਗੀ, ਬੰਦ ਹੋਣ ਦੇ ਕਿਨਾਰੇ। ਮੈਨੂੰ ਤਾਂ ਇਹ ਲੱਗਦਾ ਵੀ ਅਲਟੀਮੇਟਲੀ ਕਾਲਜਾਂ ਨੂੰ ਨਿਲਾਮ ਕਰਨਗੇ, ਤੇ ਨਿਲਾਮ ਵੀ ਉਹਨਾਂ ਦੇ ਕਬਜ਼ੇ ਹੇਠ ਆ ਜਾਣਗੇ ਫਿਰ, ਕਿਉਂਕਿ ਹੋਰ ਤਾਂ ਕਿਸੇ ਨੂੰ ਬੋਲੀ 'ਚ ਖੜ੍ਹ ਨਹੀਂ ਦੇਣਾਗੇ ਇਹਨਾਂ ਨੇ। ਇਹ ਬੰਦ ਹੋਣਗੇ ਜਦੋਂ ਐਜੂਕੇਸ਼ਨ ਦਾ ਪੱਠਾ ਬਹਿ ਗਿਆ, ਤੇ ਤੁਸੀਂ ਪੰਜਾਬ ਦੇ ਫਿਊਚਰ ਦੀ ਕੀ ਗੱਲ ਕਰਦੇ ਹੋ? ਫਿਊਚਰ ਤਾਂ ਕੋਈ ਨਜ਼ਰ ਆ ਹੀ ਨਹੀਂ ਰਿਹਾ। ਆਪਾਂ ਖੁਸ਼ ਹੋ ਜਾਂਦੇ ਹਾਂ ਹੋਰ ਮੁੱਦਿਆਂ 'ਤੇ, ਅਸਲੀ ਮੁੱਦੇ ਆਪਾਂ ਗਵਾ ਪੈਂਦੇ ਆ। ਪੰਜਾਬ ਦੀ ਪੋਲੀਟਿਕਸ 'ਤੇ ਤੁਸੀਂ ਕੰਮ ਕੀਤਾ, ਪੰਜਾਬ ਦੀ ਪੋਲੀਟਿਕਸ ਕਿਵੇਂ ਲੱਗਦੀ ਆ? ਪੰਜਾਬ ਦੀ ਪੋਲੀਟਿਕਸ ਬਾਰੇ ਕਿਹਾ ਜਾਂਦਾ ਜਿਹੜੀ ਭਾਰਤ ਦੀ ਪੋਲੀਟਿਕਸ, ਇੰਡੀਆ ਦੀ ਪੋਲੀਟਿਕਸ ਤੋਂ ਵੱਖਰੀ ਪੋਲੀਟਿਕਸ ਆ ਪੰਜਾਬ ਦੀ। ਮੇਰਾ ਖਿਆਲ ਉਹ ਵੱਖਰੀ ਕੋਈ ਨਹੀਂ ਗੀ। ਇੱਥੇ ਵੀ ਰਵਾਇਤੀ ਪਾਰਟੀਆਂ, ਹੁਣ ਯੂਪੀ 'ਚ ਲੈ ਲਓ, ਇੱਥੇ ਵੀ ਰਵਾਇਤੀ ਪਾਰਟੀਆਂ। ਭਾਜਪਾ ਨਹੀਂ ਤਾਂ ਉਹਦੇ ਮੁਕਾਬਲੇ 'ਚ ਸੱਪਾ ਖੜੀ ਆ। ਜੋ ਅਖਬਾਰ ਦੱਸਦੇ ਆ ਵੀ ਮਾਇਆਵਤੀ ਦੀ ਪਾਰਟੀ ਜਿਹੜੀ ਹੈਗੀ ਆ, ਬਹੁਜਨ ਸਮਾਜ ਪਾਰਟੀ, ਉਹ ਥੱਲੇ ਚਲੀ ਗਈ ਆ, ਤੇ ਹੈ ਤਾਂ ਉੱਥੇ ਵੀ ਰਵਾਇਤੀ ਪਾਰਟੀਆਂ ਇੱਥੇ ਆ। ਵੇਖੋ ਐਤਕੀ ਕੀ ਬਣਦਾ, ਸ਼ਾਇਦ ਚੇਂਜ ਆ ਜਾਏ, ਪਰ ਕੁਛ ਕਹਿ ਨਹੀਂ ਸਕਦੇ ਆਪਾਂ। ਅਜੇ ਤੱਕ ਕੋਈ ਹੋਪ ਨਹੀਂ ਲੱਗਦੀ ਕੋਈ
ਲੱਗਦਾ ਪੰਜਾਬ ਨੇ ਹੋਰ ਥੱਲੇ ਹੀ ਜਾਣਾ। ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ? ਜਿਹੜੀ ਪੁਰਾਣੀ ਪੰਜਾਬ ਦੀ ਰਾਜਨੀਤੀ ਸੀ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਹੁਣ ਵੀਡੀਓ ਪੈਂਦੀਆਂ ਨੇ ਗਾਣਿਆਂ ਦੇ ਉੱਤੇ MLAs ਦੀਆਂ, ਉਮੀਦਵਾਰਾਂ ਦੀਆਂ, ਕੈਂਡੀਡੇਟਸ ਦੀਆਂ। ਪੰਜਾਬ ਦੀ ਜਿਹੜੀ 2002 ਤੋਂ ਪਹਿਲਾਂ ਵਾਲੀ ਰਾਜਨੀਤੀ ਹੈ ਤੇ ਜਿਹੜੀ ਆਹ ਪਿਛਲੇ 20 ਸਾਲਾਂ ਦੀ ਰਾਜਨੀਤੀ ਹੈ, ਕੀ ਫਰਕ ਹੈ ਦੋਵਾਂ 'ਚ? ਹੁਣ ਦੇਖੋ ਜੀ, ਜਿਹੜਾ ਇੱਕ ਵਾਰ MLA ਬਣ ਗਿਆ, ਮੈਨੂੰ ਅਗਲੀ ਵਾਰ ਟਿਕਟ ਮਿਲੇ, ਟਿਕਟ ਨਾ ਮਿਲੇਗਾ ਤਾਂ 1 ਮਿੰਟ ਲਾਊਗਾ, ਦਲ ਬਦਲੀ ਕਰ ਲੱਗਾ, ਨਹੀਂ ਤਾਂ ਆਜ਼ਾਦ ਖੜਾ ਹੋ ਜਾਊਗਾ। 1962 'ਚ ਮੈਂ ਇੱਥੇ ਕੋਟਕਪੁਰੇ ਦਾਖਲ ਹੋਇਆ 9ਵੀਂ ਦੇ ਵਿੱਚ, ਅਤੇ ਰਣਜੀਤ ਸਿੰਘ ਸ਼ਾਕਰ ਇੱਕ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ, ਟੀਚਰ। ਉਹ ਬਾਅਦ 'ਚ ਪਤਾ ਲੱਗਾ ਮੈਨੂੰ ਕਿ ਉਹ MLA ਰਹੇ ਸਨ ਪੈਪਸੂ ਵੇਲੇ 1952 ਦੇ ਵਿੱਚ। ਹਾਂਜੀ, 54 ਜਿਹਨਾਂ ਨੂੰ ਟਿਕਟ ਨਹੀਂ ਮਿਲੀ, ਉਹ ਗਿਆਨੀ ਪਾਸ ਸਨ, ਉਹ ਟੀਚਰ ਲੱਗੇ। ਅਤੇ ਬਹੁਤਿਆਂ ਨੂੰ ਲੋਕਾਂ ਨੂੰ ਪਤਾ ਨਹੀਂ ਸੀ ਵੀ ਬੰਦਾ ਇੱਕ MLA ਰਿਹਾ ਅਤੇ ਅੱਜ ਉਹ ਟੀਚਰ ਹੈਗਾ। ਉਦੋਂ ਇਹ ਸੀ ਵੀ ਚਲੋ ਜੇ ਠੀਕ ਆ, MLA ਵੀ ਕੰਮ ਹੀ ਕਰਨਾ। ਇੱਕ ਹੋਰ ਮੈਂ ਤੁਹਾਨੂੰ ਵਾਕਿਆ ਦੱਸਾਂ ਕਿ ਮੇਰੇ ਦੋਸਤ ਹਨ ਇੱਥੇ FC ਵਿੱਚ ਹੀ, ਮਿਸਟਰ ਭੰਡਾਰੀ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਫਾਦਰ 1957 'ਚ ਇੱਕ ਵਾਰ MLA ਜਿੱਤੇ ਸਨ ਫਿਰੋਜ਼ਪੁਰ ਤੋਂ। ਅਤੇ ਕਹਿੰਦਾ ਵੀ ਮੇਰੇ ਪਿਤਾ ਜੀ ਬੱਸ 'ਚ ਬਹਿ ਕੇ ਸੈਸ਼ਨ ਅਟੈਂਡ ਕਰਨ ਜਾਇਆ ਕਰਦੇ ਸਨ, ਅਤੇ ਇੱਕ ਫਾਜ਼ਿਲਕਾ ਤੋਂ ਸੀ ਚੌਧਰੀ ਰਾਧਾ ਕ੍ਰਿਸ਼ਨ, ਬਹੁਤ ਤਕੜਾ ਲੈਂਡਲਾਰਡ ਸੀ, ਉਹਦੇ ਕੋਲ ਕਾਰ ਸੀ। ਅਤੇ ਕਈ ਵਾਰੀ ਉਹਨੂੰ ਰਿਕੁਐਸਟ ਕਰਨੀ, ਯਾਰ ਚੌਧਰੀ ਸਾਹਿਬ ਜੇ ਮੈਨੂੰ ਵੀ ਨਾਲ ਲੈ ਜਾਓ ਤਾਂ ਮੈਂ ਚੰਡੀਗੜ੍ਹ ਜਾਣਾ। MLA ਕਹਿੰਦਾ ਹੁੰਦਾ ਸੀ, MLA ਦੂਜੇ MLA ਨੂੰ ਕਹਿ ਰਿਹਾ, ਕਿਉਂਕਿ ਉਹ ਅਦਰਵਾਈਜ਼ ਫਾਈਨੈਂਸ਼ਲੀ ਬਹੁਤ ਸਟਰੋਂਗ ਸੀ। ਅਤੇ ਇਹ ਜਿਹੜਾ ਭੰਡਾਰੀ ਸੀ ਫਿਰੋਜ਼ਪੁਰ ਵਾਲਾ, ਇਹ ਬਹੁਤ ਵਿਚਾਰਾ ਦਰਮਿਆਨੇ ਪਰਿਵਾਰ 'ਚੋਂ ਸੀਗਾ। ਅਦਰਵਾਈਜ਼ ਉਹਨਾਂ ਨੇ ਬੱਸ 'ਤੇ ਬਹਿ ਕੇ ਜਾਣਾ ਅਤੇ ਬੱਸ 'ਤੇ ਆ ਜਾਣਾ, ਕੋਈ ਬਹੁਤਾ ਨਹੀਂ ਸੀ ਕਰਦਾ। ਇਹ ਦੂਰ ਦੀ ਗੱਲ ਆ। 1977 ਦੇ ਵਿੱਚ ਅਸੀਂ ਆਏ, ਗੁਰਦੇਵ ਸਿੰਘ ਸ਼ਾਂਤ ਨਿਹਾਲ ਸਿੰਘ ਵਾਲੇ ਤੋਂ MLA ਜਿੱਤਿਆ ਸੀਗਾ, ਅਤੇ ਉਸ ਨੇ ਨਾਲ ਦੇ ਨੇ ਕਿਹਾ ਜੀ ਇਹ MLA ਸਾਹਿਬ 2 ਟਿਕਟਾਂ ਸਾਨੂੰ ਦਿਓ ਮੋਗੇ ਦੀਆਂ। ਅਤੇ ਖੜਾ ਆਇਆ, ਭੀੜ ਬਹੁਤ ਸੀ, ਸਮਰਾਲੇ ਆ ਕੇ ਉਹਨੂੰ ਟਿਕਟ ਦਵਾਈ। ਸੱਚ ਖੜਾ ਹੋਇਆ ਸੀ MLA ਖੜਾ ਆਇਆ, ਸਮਰਾਲੇ ਆ ਕੇ ਸੀਟ ਖਾਲੀ, ਉਹ ਕਹਿੰਦੇ MLA ਸਾਹਿਬ ਤੁਸੀਂ ਬਹਿ ਜਾਓ ਇੱਥੇ। ਆਹ ਹਾਲ ਸੀਗਾ। ਅਤੇ ਹੁਣ ਤਾਂ ਇਹ ਮਹਿੰਗੀਆਂ ਤੋਂ ਮਹਿੰਗੀਆਂ ਜਿਹ ਮਾੜੀ ਮੋਟੀ ਪੁਰਾਣੀ ਕਾਰ ਮਿਲ ਗਈ MLA ਨੂੰ, ਤਾਂ ਰੁੱਸਾ ਜਤਾਉਂਦਾ ਕਿ ਮੈਨੂੰ ਤਾਂ ਨਵੀਂ ਕਾਰ ਨਹੀਂ ਦਿੱਤੀ ਗਈ, ਅਤੇ ਫਲਾਂ ਨੂੰ ਨਵੀਂ ਕਾਰ ਦੇ ਦਿੱਤੀ। ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਮੈਂ 2002 ਦੇ ਵਿੱਚ ਚਿੱਠੀ ਲਿਖੀ ਦਾ ਟ੍ਰਿਬਿਊਨ ਦੇ ਐਡੀਟਰ ਨੂੰ ਕਿ ਵੀ ਕੈਪਟਨ ਸਾਹਿਬ ਮਿਨਿਸਟਰੀ ਜਿਹੜੀ ਆਪਦੀ ਘੱਟ ਕਰਨ, ਹੈ ਨਾ, ਜ਼ਿਆਦਾ ਨਾ ਵਧਾਉਣ। ਸੋ ਲੱਗਦਾ ਜਿਵੇਂ ਹੁਣ ਹਰ ਇੱਕ MLAs ਨੂੰ ਕਾਰ ਦਿੱਤੀ ਜਾ ਰਹੀ ਹੈ, ਮੁਹੱਈਆ ਕਰਾਈ ਜਾ ਰਹੀ ਹੈ, ਹੈ ਨਾ, ਕੀ ਲੱਗਦਾ ਫਿਰ ਉਹਨਾਂ ਨੂੰ ਦੇਖ ਕੇ ਕਿਵੇਂ ਲੱਗਦਾ? ਜਿਵੇਂ ਤੁਸੀਂ ਗੱਲ ਸੁਣਾ ਰਹੇ ਹੋ ਕਿ ਪਹਿਲਾਂ ਬੋਝ ਤਾਂ ਲੋਕਾਂ 'ਤੇ ਹੀ ਪੈਣਾ, ਜਿਹੜੇ ਗਨਮੈਨ ਰੱਖੇ ਆ ਉਹ ਵੀ ਲੋਕਾਂ ਦੀ ਬੋਝ ਉਹਨਾਂ ਦਾ। ਉਦੋਂ ਗਨਮੈਨਸ ਵੀ ਨਹੀਂ ਫਿਰ ਦਿੱਤੇ ਜਾਂਦੇ ਸੀ? ਬਿਲਕੁਲ ਕੋਈ ਨਹੀਂ ਸੀ। ਇਹ ਤਾਂ ਜਦੋਂ ਅੱਤਵਾਦ ਦੇ ਦੌਰ ਤੋਂ ਬਾਅਦ 1992 'ਚ ਇਲੈਕਸ਼ਨ ਹੋਏ ਨਾ, ਉਦੋਂ ਇਹਨਾਂ ਨੇ ਦਿੱਤੇ ਗਨਮੈਨ। ਪਹਿਲਾਂ ਨਹੀਂ ਸੀ? ਉਦੋਂ ਪਹਿਲਾਂ ਨਹੀਂ ਸੀ। ਹਾਂ, 92 ਦੇ ਇਲੈਕਸ਼ਨ ਤੋਂ ਪਹਿਲਾਂ ਗਨਮੈਨ ਨਹੀਂ ਹੁੰਦੇ ਸੀ? ਮੈਂ ਨਹੀਂ ਸੀ, ਕਿਸੇ ਕੋਲ ਨਹੀਂ ਸੀ, ਆਮ ਤੁਰੇ ਫਿਰਦੇ ਸੀ MLA, ਕੋਈ ਗੱਲ ਨਹੀਂ ਸੀ। DC ਨੂੰ ਮਿਲਣਾ ਜਾਂ ਹੋਰ ਜਾਣਾ, ਆਮ ਲੋਕਾਂ 'ਚ ਵਿਚਰਦੇ ਸਨ, ਕੋਈ ਇਹ ਜਿਹੀ ਗੱਲ ਨਹੀਂ ਸੀ। ਮੰਤਰੀਆਂ ਕੋਲੇ ਹੁੰਦੇ ਸੀ? ਮੰਤਰੀਆਂ ਕੋਲ ਹੁੰਦੇ ਸੀ। ਮੰਤਰੀਆਂ ਕੋਲ ਵੀ ਸੀ, ਬਹੁਤਿਆਂ ਕੋਲ ਤਾਂ ਐਂਬੈਸਡਰ ਕਾਰ ਹੀ ਹੁੰਦੀ ਸੀ, ਜਿਹੜੀ ਛੋਟੀ ਕਾਰ ਹੁੰਦੀ ਸੀਗੀ। ਪਰਸਨਲ? ਹਾਂ, ਪਰਸਨਲ ਨਹੀਂ ਸੀ, ਜਿਹੜੀ ਇਕੱਲੇ ਮੰਤਰੀਆਂ ਕੋਲ ਮਿਲਦੀ ਸੀ। ਮੰਤਰੀਆਂ MLAs ਨੂੰ ਨਹੀਂ ਮਿਲਦੀ? MLA ਨੂੰ ਕੁਛ ਨਹੀਂ ਸੀ, ਨਾ ਕਾਰ ਨਾ ਗਨਮੈਨ, ਕੁਛ ਨਹੀਂ ਸੀ। MLA ਨੂੰ ਕਦੋਂ ਮਿਲਣ ਲੱਗਿਆ? ਇਹ 92 ਦੇ ਇਲੈਕਸ਼ਨ ਤੋਂ ਬਾਅਦ। ਕਾਰਾਂ ਵੀ ਉਦੋਂ ਮਿਲਣ ਲੱਗੀਆਂ? ਕਾਰਾਂ ਵੀ ਉਦੋਂ ਮਿਲਣ ਲੱਗੀਆਂ। ਹੁਣ ਤਾਂ ਮੇਰਾ ਖਿਆਲ ਇਨੋਵਾ ਹਰੇਕ MLA ਕੋਲ ਹੈਗੀ, ਤੁਹਾਨੂੰ ਪਤਾ ਹੀ ਹੋਊਗਾ। ਹਾਂ, ਇੱਕ ਸਟੇਟਸ ਸਿੰਬਲ ਬਣ ਗਿਆ ਨਾ। ਹਾਂਜੀ, ਕੋਈ ਬਦਲਾਅ ਦੇਖਣਾ ਚਾਹੁੰਦੇ ਹੋ ਪੰਜਾਬ ਦੀ ਰਾਜਨੀਤੀ 'ਚ? ਮਤਲਬ ਬਦਲਾਅ ਦਾ ਮਤਲਬ ਐਜੂਕੇਸ਼ਨ ਪਹਿਲਾਂ ਵਾਲਾ ਸਿਸਟਮ ਆਵੇ, ਐਜੂਕੇਸ਼ਨ ਵੱਲ ਧਿਆਨ ਹੋਵੇ, ਲੋਕਾਂ ਨੂੰ ਰੁਜ਼ਗਾਰ ਮਿਲੇ ਸਾਰੇ, ਅਤੇ ਲੋਕ ਬਾਹਰ ਨੂੰ ਨਾ ਜਾਣ, ਜਿਹੜੇ ਜਾ ਸਕਦੇ ਜਾਣ। ਮੈਂ ਇਹ ਨਹੀਂ ਖਿਲਾਫ ਨਹੀਂ ਜਾਣਦੇ ਹੈਗੇ ਆ, ਪਰ ਸਿਰਫ ਇਸ ਕਰਕੇ ਕਿ ਮੈਂ ਤਾਂ ਜਾ ਰਿਹਾ ਕਿ ਇੱਥੇ ਮੈਨੂੰ ਕੋਈ ਸਕੋਪ ਨਹੀਂ। ਇੱਥੇ ਵੀ ਸਕੋਪ ਹੋਵੇ, ਜਿਹੜਾ ਕੋਈ ਇੱਥੇ ਨੌਕਰੀ ਕਰਨਾ ਚਾਹੁੰਦਾ ਜਾਂ ਆਪਦਾ ਕਾਰੋਬਾਰ ਕਰਨਾ ਚਾਹਵੇ, ਇੰਡਸਟਰੀ ਵੱਲ ਧਿਆਨ ਦੇਣ ਸਾਰਾ। ਅਤੇ ਆਪਾਂ ਚਾਹੁੰਦੇ ਤਾਂ ਇਹੀ ਹੈ ਜਿੱਥੇ ਜੰਮੇ ਆ ਵੀ ਸਾਡਾ ਪੰਜਾਬ ਫੇਰ ਗਾਂ ਬੁਲੰਦੀਆਂ ਛੂਹੇ, ਪਰ ਹਕੀਕਤ 'ਚ ਵੱਲ ਵੇਖੀਏ ਤਾਂ ਲੱਗਦਾ ਨਹੀਂ ਕੋਈ ਦਿਲ। ਹਾਂਜੀ, ਤੁਸੀਂ ਕਿਹਾ ਕਿ ਮੈਂ 1 ਨੰਬਰ ਪ੍ਰਤਾਪ ਸਿੰਘ ਕੈਰੋਂ ਨੂੰ ਦੇਣਾ, ਤੁਹਾਡਾ ਮਨਪਸੰਦ ਜਿਹੜਾ ਪੋਲੀਟੀਸ਼ੀਅਨ ਪ੍ਰਤਾਪ ਸਿੰਘ ਕੈਰੋਂ ਨੇ? ਹਾਂਜੀ, ਬਿਲਕੁਲ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ, ਅਤੇ ਨਵਾਂ ਐਡੀਸ਼ਨ ਅਸੀਂ ਉਡੀਕ ਕਰਾਂਗੇ, ਜਲਦੀ ਆਵੇ ਅਤੇ ਅਸੀਂ ਲਵਾਂਗੇ ਵੀ ਤੁਹਾਡੇ ਤੋਂ। ਫਿਰ ਜ਼ਰੂਰ ਪਹੁੰਚਾਵਾਂਗਾ ਮੈਂ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਓਕੇ, ਧੰਨਵਾਦ ਤੁਹਾਡਾ ਵੀ। ਇੱਕ ਵਾਰ ਫਿਰ ਤੋਂ ਮੈਂ ਚਾਹੂੰਗਾ ਬੁੱਕ ਦਿਖਾ ਦਿਓ। ਜਿਹੜੇ ਪੋਲੀਟੀਸ਼ੀਅਨਸ ਨੇ ਪੰਜਾਬ ਦੇ, ਮੈਨੂੰ ਲੱਗਦਾ ਇਹ ਬੁੱਕ ਜ਼ਰੂਰ ਜਿਹੜੀ ਪੜ੍ਹਨੀ ਚਾਹੀਦੀ ਹੈ। ਮੈਨੂੰ ਲੱਗਦਾ ਜਿਹੜੇ ਪੱਤਰਕਾਰ ਵੀ ਨੇ ਉਹਨਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ। ਬਹੁਤ ਕੰਮ ਦੀ ਕਿਤਾਬ ਹੈ। ਜੰਗਪਾਲ ਸਿੰਘ ਹਰੀਨੋ ਇਹਨਾਂ ਨੇ ਲਿਖੀ ਹੈ ਇਹ ਕਿਤਾਬ, ਅਤੇ ਇਹਦਾ ਨਵਾਂ ਐਡੀਸ਼ਨ ਜਿਹੜਾ ਆ ਰਿਹਾ ਇਸ ਕਿਤਾਬ ਦਾ 2022 ਦੇ ਇਲੈਕਸ਼ਨ ਤੋਂ ਬਾਅਦ। ਕਹਿ ਰਹੇ ਨੇ ਕਿ ਅਗਲੇ ਸਾਲ ਤੱਕ ਨਵਾਂ ਐਡੀਸ਼ਨ ਆ ਜਾਵੇਗਾ। ਪੰਜਾਬ ਦੀ ਰਾਜਨੀਤੀ ਦੇ ਉੱਤੇ ਇਹਨਾਂ ਨੇ ਕੰਮ ਕੀਤਾ ਹੈ। ਪੰਜਾਬ ਦੀ ਜਿਹੜੀ ਸਿਆਸੀ ਤਾਣਾ ਬਾਣਾ ਉਸ ਦੇ ਉੱਤੇ ਇਹਨਾਂ ਨੇ ਕੰਮ ਕੀਤਾ। ਕਹਿ ਰਹੇ ਨੇ ਕਿ ਪਹਿਲਾਂ ਦੀ ਰਾਜਨੀਤੀ ਕੁਝ ਹੋਰ ਤਰ੍ਹਾਂ ਦੀ ਸੀ, ਅੱਜ ਦੀ ਰਾਜਨੀਤੀ ਬੜੀ ਹੀ ਹੋਰ ਤਰ੍ਹਾਂ ਦੀ ਹੈ। ਕਹਿ ਰਹੇ ਨੇ ਜਿਹੜੀ ਪਹਿਲਾਂ ਦੀ ਰਾਜਨੀਤੀ ਸੀ ਉਹ ਚੰਗੀ ਤੇ ਸੁਚੱਜੀ ਰਾਜਨੀਤੀ ਸੀ, ਪਰ ਅੱਜ ਕੱਲ੍ਹ ਰੀਲਾਂ ਦੁਆਲੇ ਹੋ ਗਏ ਨੇ ਸਾਰੇ।
ਜਿਹੜੀਆਂ ਰੀਲਾਂ ਚੱਲਦੀਆਂ ਨੇ ਫੇਸਬੁੱਕ ਇੰਸਟਾਗ੍ਰਾਮ ਦੀਆਂ ਰੀਲਾਂ, ਸਿਆਸਤ ਵੀ ਉਹਦੇ ਵਿੱਚ ਫਸ ਕੇ ਬਹਿ ਗਈ ਹੈ। ਕੈਮਰਾਮੈਨ ਬਲਜਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਕੋਟਕਪੂਰਾ, ਫਰੀਦਕੋਟ। ਵਿਧਾਨ ਸਭਾ ਪਹੁੰਚਣਗੇ ਕਿਹੜੇ 117 ਉਮੀਦਵਾਰ? ਪੰਜਾਬ ਵਿੱਚ ਕੌਣ ਬਣਾਉਣ ਜਾ ਰਿਹਾ ਹੈ ਨਵੀਂ ਸਰਕਾਰ? ਪਿੰਡ ਦੀ ਸੱਤ ਤੋਂ ਲੈ ਕੇ ਵਿਧਾਨ ਸਭਾ ਤੱਕ ਖਾਵਾਂਗੇ ਮਾਲਵੇ ਦਾ ਹਰ ਰੰਗ। ਦੁਆਬੇ ਤੇ ਵੀ ਰਹੇਗੀ ਸਾਡੀ ਤਿੱਖੀ ਨਜ਼ਰ। ਮਾਝੇ ਦੀ ਸਿਆਸਤ 'ਚ ਕੀ ਰਹੇਗਾ ਖਾਸ? ਸਟੂਡੀਓ ਤੋਂ ਲੈ ਕੇ ਗਰਾਊਂਡ ਜ਼ੀਰੋ ਤੱਕ ਨਿਊਜ਼ ਰੂਮ ਤੋਂ ਰੱਖਾਂਗੇ ਹਰ ਖਬਰ ਤੇ ਨਜ਼ਰ। ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਸਿਆਸਤ ਦਾ ਦੱਸਾਂਗੇ ਤੁਹਾਨੂੰ ਪੂਰਾ ਹਾਲ। ਸਭ ਤੋਂ ਪਹਿਲਾਂ ਸਭ ਤੋਂ ਸਟੀਕ। ਮੈਂ ਯਾਦਵਿੰਦਰ ਸਿੰਘ। ਮੈਂ ਹਾਂ ਗਗਨਦੀਪ ਸਿੰਘ। ਮੈਂ ਹਾਂ ਵਿਕਰਮ ਸਿੰਘ। ਮੈਂ ਹਾਂ ਸ਼ੁਭਕਰਮਨ ਧਾਲੀਵਾਲ। ਮੈਂ ਹਾਂ ਸਿਮਰਨਜੀਤ ਸਿੰਘ। ਮੈਂ ਹਾਂ ਮਨਦੀਪ ਕੌਰ ਸੰਧੂ। ਮੈਂ ਹਾਂ ਕਰਨ ਹਾਂਡਾ। ਮੈਂ ਹਾਂ ਮਨਦੀਪ ਜੋਤ ਸਿੰਘ। ਮੈਂ ਹਾਂ ਸੀਰਤ ਸੰਧੂ। ਅਸੀਂ ਟੀਵੀ ਮੀਡੀਆ ਦੀ ਸਭ ਤੋਂ ਬੈਸਟ ਟੀਮ ਨਾਲ ਚੋਣਾਂ ਦੀ ਸਭ ਤੋਂ ਅਹਿਮ ਕਵਰੇਜ 20 ਫਰਵਰੀ ਨੂੰ ਲੈ ਕੇ ਆਵਾਂਗੇ। ਜੁੜੇ ਰਹੋ ਦਿਨ ਭਰ।